ਪਵਿੱਤਰ ਸਥਾਨ ਤੇ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਨਿਯਮ ਹੈ। ਆਓ ਪਿਆਰ ਸ਼ਰਧਾ ਦੇ ਨਾਲ ਹਜ਼ੂਰ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ। ਸਾਧ ਸੰਗਤ ਜੀ, ਕੇਦਾਰਾ ਰਾਗ ਦੇ ਅੰਦਰ ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਭਗਤ ਬਾਣੀ ਸਤਿਗੁਰੂ ਜੀ ਲਿਖਵਾਉਂਦੇ ਆ। ਤੇ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਕਬੀਰ ਸਾਹਿਬ ਜੀ ਦੇ ਸ਼ਬਦ ਦਰਜ ਕਰਵਾ ਰਹੇ ਨੇ ਗਰੀਬ ਨਵਾਜ। ਸੋ ਇਹ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ ਜੋ ਅਦੁੱਤੀ ਹੈ, ਸਜਾਤੀ ਵਜਾਤੀ ਸਵੈਗਤ ਭੇਦ ਰਹਿਤ ਹੈ। ਉਹਦੇ ਵਰਗਾ ਕੋਈ ਹੋਰ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਨੂੰ ਪੈਦਾ ਕਰਨ ਵਾਲਾ ਹੈ, ਤ੍ਰਈ ਕਾਲ ਆਬਾਦ ਸਤ ਹੈ, ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਨਿੰਦਾ ਉਸਤਤ ਦੋ ਵਿਵਰਜਿਤ। ਸਾਧ ਸੰਗਤ ਜੀ, ਇਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਪੂਰਨ ਤਤ ਬੇਤੇ ਮਹਾਂਪੁਰਖ ਦੀ ਅਵਸਥਾ ਦੱਸਦੇ ਐ। ਤੇਰਾ ਜਨ ਏਕ ਆਦ ਕੋਈ। ਜਿਵੇਂ ਹਜੂਰ ਨੇ ਕਿਹਾ ਨਾ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਉਹ 22 ਕਰੋੜਾਂ ਵਿੱਚੋਂ ਇੱਕ ਹੀ ਹੈ ਜਿਹਦਾ ਚਿੱਤ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੋਇਆ ਅਤੇ ਉਹਨੇ ਸਿਧਾਂਤ ਸਰੂਪ ਵਾਹਿਗੁਰੂ ਨੂੰ ਸਾਖਿਆਤ ਕਰ ਲਿਆ। ਕਬੀਰ ਸਾਹਿਬ ਜੀ ਉਹ ਕਿਹੋ ਜਿਹਾ ਹੁੰਦਾ ਹੈ? ਇੱਕ ਹੁੰਦਾ ਜਿਹੜਾ ਪੂਰਨ, ਉਹ ਹੈ ਬ੍ਰਹਮ ਗਿਆਨੀ, ਤੇ ਆਦ ਇੱਕ ਅੱਧਾ ਹੁੰਦਾ ਜਿਹੜਾ ਜਗਿਆਸੂ, ਜਿਹਨੂੰ ਅਜੇ ਸੰਸੇ ਤੇ ਵਿਪਰਜੇ ਬੁੱਧੀ ਤੰਗ ਕਰਦੀ ਹੈ। ਤੋ ਕਬੀਰ ਸਾਹਿਬ ਜੀ ਕਹਿੰਦੇ ਆ ਭਾਈ, ਭਾਵ ਕਿ ਵਿਰਲਾ ਹੈ, ਕੋਈ ਵਿਰਲਾ। ਮਹਾਂਪੁਰਖਾਂ ਦੇ ਇਹ ਬਹੁਤ ਜ਼ਿਆਦੇ ਟੋਲਿਆਂ ਦੇ ਟੋਲੇ ਨਹੀਂ ਹੁੰਦੇ। ਕਬੀਰ ਸਾਹਿਬ ਜੀ ਕਹਿੰਦੇ ਬੜਾ ਦੁਰਲੱਭ ਹੈ ਭਾਈ, ਕੋਈ ਵਿਰਲਾ ਵਾਂਝਾਈ ਜਿਹੜਾ ਹੈ ਉਹ ਤਤ ਬੇਤਾ ਮਹਾਂਪੁਰਸ਼ ਹੁੰਦਾ ਹੈ। ਤੇ ਉਹਦਾ ਸੁਭਾਅ, ਉਹਦੇ ਲੱਖਣ ਜਿਹੜੇ ਆ ਕਬੀਰ ਸਾਹਿਬ ਜੀ ਕਹਿੰਦੇ ਹਨ। ਦੁਬਾਰਾ ਪੜੋ। ਨਿੰਦਾ ਉਸਤਤ ਦੋ ਵਿਵਰਜਿਤ। ਸੱਚੇ ਪਾਤਸ਼ਾਹ ਮਹਾਰਾਜ ਕਬੀਰ ਸਾਹਿਬ ਦੀ ਰਸਨਾ ਤੋਂ ਫਰਮਾਉਂਦੇ ਆ ਕਿ ਭਾਈ ਉਹਦੀ ਅਵਸਥਾ ਇਹ ਹੁੰਦੀ ਹੈ ਕਿ ਨਿੰਦਾ ਉਸਤਤ ਦੋ ਵਿਵਰਜਿਤ। ਉਹ ਨਿੰਦਾ ਨੂੰ ਵੀ ਤੇ ਉਸਤਤ ਦੋਵਾਂ ਨੂੰ ਵਿਵਰਜਿਤ ਤਿਆਗ ਦਿੰਦਾ ਹੈ। ਨਾ ਆਪਣੀ ਉਹ ਵਡਿਆਈ ਅਖਬਾਰਾਂ ਵਿੱਚ ਛਪਵਾ ਕਰਕੇ ਆਪਣੀ ਉਸਤਤ ਕਰਦਾ ਹੈ ਕਿ ਲੋਕ ਮੇਰਾ ਜਸ ਗਾਉਣ, ਤੇ ਨਾ ਹੀ ਕਿਸੇ ਪ੍ਰਕਾਰ ਜਿਹੜੀ ਨਿੰਦਾ ਹੈ ਉਹਦੇ ਤੋਂ ਉਹ ਘਬਰਾਉਂਦਾ ਹੈ। ਜਿਹੜੇ ਔਗਣ ਹਨ ਨਿੰਦਾ ਉਹਨਾਂ ਦੀ ਕੀਤੀ ਜਾਂਦੀ ਹੈ। ਤੋ ਇਸ ਪ੍ਰਕਾਰ ਆਪਣੀ ਨਿੰਦਾ ਸੁਣ ਕਰਕੇ ਸਗੋਂ ਰੱਬ ਦੇ ਪਿਆਰੇ ਜਿਹੜੇ ਆ ਉਹ ਸੁੱਖ ਮੰਨਦੇ ਆ, ਚੰਗਾ ਸਮਝਦੇ ਆ। ਕਬੀਰ ਸਾਹਿਬ ਜੀ ਨੇ ਹੀ ਇਹ ਸ਼ਬਦ ਕਿਹਾ ਨਾ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਸੋ ਬਹੁਤ ਜ਼ਿਆਦਾ ਨਿੰਦਕ ਨੂੰ ਵਡਿਆਇਆ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਸੋ ਐਸੇ ਇਹ ਸ਼ਬਦ ਕਬੀਰ ਸਾਹਿਬ ਜੀ ਨੇ ਨਿੰਦਕ ਨੂੰ ਵਡਿਆਉਣ ਵਾਸਤੇ ਕਹੇ ਆ। ਫਿਰ ਕਹਿੰਦੇ ਆ ਕਿ ਕਬੀਰ ਸਾਹਿਬ ਨੂੰ ਕਿਹਾ ਕਿ ਕਬੀਰ ਜੀ, ਭਗਤਾਂ ਦੀ ਤਾਂ ਅੱਗੇ ਲੋਕ ਬੜੀ ਨਿੰਦਾ ਕਰਦੇ ਆ, ਤੁਸੀਂ ਹੋਰ ਨਿੰਦਕ ਨੂੰ ਬੜਾ ਵਡਿਆ ਦਿੱਤਾ।
ਤਾਂ ਸੰਸਾਰ ਦੇ ਜੀ ਤਾਂ ਫਿਰ ਹੋਰ ਉਤਸ਼ਾਹਤ ਹੋ ਕੇ ਨਿੰਦਾ ਕਰਿਆ ਕਰਨਗੇ। ਫਿਰ ਕਬੀਰ ਸਾਹਿਬ ਜੀ ਨੇ ਸ਼ਬਦ ਕਹੇ ਨੇ ਕਿ ਜਨ ਕਬੀਰ ਕਉ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਭਾਈ ਇਹ ਜਿਹੜਾ ਨਿੰਦਕ ਹੈ ਨਾ, ਉਹ ਡੁੱਬ ਜਾਵੇਗਾ ਮਝਦਾਰ ਸੰਸਾਰ ਸਮੁੰਦਰ ਦੇ ਅੰਦਰ, ਕਿਉਂਕਿ ਜਿਹਦੀ ਨਿੰਦਾ ਕੀਤੀ ਜਾਂਦੀ ਹੈ ਉਹਦੇ ਪਾਪ ਨਿੰਦਾ ਕਰਨ ਵਾਲੇ ਦੇ ਸਿਰ ਤੇ ਜਾ ਚੜ੍ਹਦੇ ਹੈ। ਇਸ ਕਰਕੇ ਹਜੂਰ ਕਹਿੰਦੇ ਭਾਈ ਜਿਹੜਾ ਪੂਰਨ ਮਹਾਪੁਰਸ਼ ਹੈ ਨਾ, ਉਹ ਆਪਣੀ ਨਿੰਦਾ ਸੁਣ ਕਰਕੇ ਘਾਬਰਦਾ ਨਹੀਂ ਹੈ। ਬਹੁਤ ਵੱਡੀ ਅਵਸਥਾ ਹੈ, ਸਿਮਰਨ ਕਰਕੇ ਪ੍ਰਾਪਤ ਹੁੰਦੀ ਹੈ। ਕੋਈ ਸਾਡੀ ਉਸਤਤੀ ਕਰੇ ਤੇ ਬੜਾ ਸਾਨੂੰ ਉਹ ਚੰਗਾ ਲੱਗਦਾ ਹੈ, ਉਹਦੇ ਨਾਲ ਸਾਡਾ ਪਿਆਰ ਤੇ ਮੁਹੱਬਤ ਬਣਦੀ ਹੈ। ਕੋਈ ਸਾਡੀ ਨਿੰਦਾ ਕਰਦਾ ਹੈ ਤੇ ਬਹੁਤ ਸਾਨੂੰ ਬੁਰਾ ਲੱਗਦਾ ਹੈ, ਚੰਗਾ ਨਹੀਂ ਲੱਗਦਾ। ਨਿੰਦਾ ਕਹਿੰਦੇ ਵੀ ਉਸ ਨੂੰ ਹੈ ਕਿ ਸਤ ਸੰਗਤ ਜੀ ਜਿਹੜੇ ਅਣਹੋਏ ਦੋਸ਼ ਥਾਪ ਦੇਣੇ, ਜਿਹੜੀ ਗੱਲ ਹੋਣੀ ਵੀ ਨਾ ਤਾਂ ਉਹਨੂੰ ਬਣਾ ਕਰਕੇ ਜਿਹੜਾ ਹੈ ਉਹ ਇਉਂ ਸੰਸਾਰ ਦੇ ਅੰਦਰ ਦੂਸ਼ਣ ਅਰੂਪਣੇ, ਉਹਨੂੰ ਨਿੰਦਾ ਕਿਹਾ ਜਾਂਦਾ ਹੈ। ਤੋ ਮਹਾਪੁਰਸ਼ ਜਿਹੜੇ ਹੈ, ਕਿਉਂਕਿ ਉਹ ਵਾਹਿਗੁਰੂ ਨੂੰ ਸਾਖਿਆਤ ਸਮਝਦੇ ਹੈ, ਫਲ ਵਰਦਾਤਾ ਸਮਝਦੇ ਹੈ, ਤੇ ਇਸ ਕਰਕੇ ਉਹ ਚਿੰਤਾ ਹੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਨਿੰਦਾ ਕਰਨ ਵਾਲੇ ਦੇ ਕੀਤਿਆਂ ਤਾਂ ਕੁਝ ਵੀ ਨਹੀਂ ਹੋਣਾ, ਸਗੋਂ ਇਹ ਭਾਰ ਉਠਾਵੇਗਾ। ਜੋ ਕੁਝ ਵੀ ਕਰਨਾ ਉਹ ਤਾਂ ਮੇਰੇ ਵਾਹਿਗੁਰੂ ਨੇ ਕਰਨਾ, ਕਿਉਂਕਿ ਫਲ ਵਰਦਾਤਾ ਪਰਮੇਸ਼ਰ ਆਪ ਹੈ। ਤੋ ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਮਹਾਪੁਰਸ਼ ਦਾ ਪਹਿਲਾ ਲੱਛਣ ਹੈ। ਜਿਵੇਂ ਹਜੂਰ ਨੇ ਕਿਹਾ ਕਿ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸਤਤ ਨਿੰਦਾ ਦੋਊ ਤਿਆਗੈ, ਖੋਜੈ ਪਦ ਨਿਰਵਾਣਾ। ਨਿਰਵਾਣ ਪਦਵੀ ਨੂੰ ਖੋਜਣਾ ਕਰੇ, ਜਿੱਥੇ ਉਸਤਤ ਵੀ ਆ ਕਰਕੇ ਚਾਅ ਨਹੀਂ ਪੈਦਾ ਕਰਦੀ ਤੇ ਨਿੰਦਾ ਆ ਕਰਕੇ ਕਿਸੇ ਪ੍ਰਕਾਰ ਦੁੱਖ ਨਹੀਂ ਪਹੁੰਚਾਉਂਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਇਹ ਭਾਈ ਖੇਲ ਕਠਨ ਹੈ, ਕੋਈ ਗੁਰਮੁਖ ਇਸ ਖੇਡ ਨੂੰ ਖੇਡਣਾ ਜਾਣਦਾ, ਹਰੇਕ ਦੇ ਵਸ ਦੀ ਬਾਤ ਨਹੀਂ ਹੈ। ਕਿਉਂਕਿ ਜਿਹੜਾ ਵੀ ਕੋਈ ਉਸਤਤ ਕਰਦਾ ਸੰਸਾਰ ਦੇ ਅੰਦਰ, ਸਾਨੂੰ ਆਪਣੀ ਉਸਤਤੀ ਕਰਨ ਵਾਲਾ ਬੜਾ ਚੰਗਾ ਲੱਗਦਾ ਤੇ ਉਹਦੇ ਨਾਲ ਸਾਡੀ ਮੁਹੱਬਤ ਬਣਦੀ ਹੈ, ਤੇ ਜੇ ਕੋਈ ਸਾਡੀ ਨਿੰਦਾ ਕਰਦਾ ਹੈ ਤੇ ਉਹਦੇ ਨਾਲ ਸਾਡੀ ਨਫ਼ਰਤ ਹੋ ਜਾਂਦੀ ਹੈ। ਹਜੂਰ ਕਹਿੰਦੇ ਨੇ ਕਬੀਰ ਸਾਹਿਬ ਦੀ ਰਸਨਾ ਤੋਂ ਕਿ ਭਾਈ ਭਗਤ ਨਹੀਂ ਐਸੇ ਹੁੰਦੇ, ਜਿਹੜਾ ਰੱਬ ਦਾ ਪਿਆਰਾ ਨਾ, ਤੇਰਾ ਜਨ ਏਕ ਆਦ ਕੋਈ, ਉਹ ਇੱਕ ਅੱਧਾ ਵਿਰਲਾ ਹੀ ਐਸਾ ਹੁੰਦਾ ਹੈ ਜਿਹੜਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਉਸਤਤ ਨਿੰਦਾ ਦੋਊ ਬਿਵਰਜਤ। ਉਸਤਤ ਨੂੰ ਵੀ ਅਤੇ ਨਿੰਦਾ ਨੂੰ ਵੀ ਆਪਣੇ ਅੰਦਰੋਂ ਵਰਜ ਦਿੰਦੇ ਆ, ਭਾਵ ਰੋਕ ਦਿੰਦੇ ਆ। ਨਾ ਉਹ ਆਪਣੀ ਵਡਿਆਈ ਕਰਵਾਉਂਦੇ ਆ, ਨਾ ਆਪਣੀ ਨਿੰਦਾ ਸੁਣ ਕਰਕੇ ਘਬਰਾਉਂਦੇ ਆ। ਤਜਹੁ ਮਾਨ ਅਭਿਮਾਨਾ। ਫਿਰ ਕਬੀਰ ਸਾਹਿਬ ਕਹਿੰਦੇ ਭਾਈ ਹੋਰ ਜੇ ਇਸ ਅਵਸਥਾ ਨੂੰ ਪਹੁੰਚਣਾ ਚਾਹੁੰਦੇ ਹੋ ਕਿ ਸਾਨੂੰ ਵੀ ਇਹ ਮਹਾਤਮਾ ਵਾਲਾ ਸੁਖ ਪ੍ਰਾਪਤ ਹੋਵੇ, ਤੇ ਫਿਰ ਭਾਈ ਤੁਸੀਂ ਵੀ ਇਉਂ ਕਰੋ ਕਿ ਆਪਣੀ ਨਿੰਦਾ ਸੁਣ ਕਰਕੇ ਘਬਰਾਇਆ ਨਾ ਕਰੋ, ਫਿਰ ਆਪਣੀ ਉਸਤਤ ਸੁਣ ਕਰਕੇ ਫੁੱਲਿਆ ਨਾ ਕਰੋ। ਤੇ ਫਿਰ ਕਹਿੰਦੇ ਨੇ ਤਜਹੁ ਮਾਨ ਅਭਿਮਾਨਾ। ਮਾਨ ਹੁੰਦਾ ਹੈ ਕਿ ਮੇਰਾ ਕੋਈ ਸਤਿਕਾਰ ਕਰੇ, ਅਭਿਮਾਨ ਹੁੰਦਾ ਹੈ ਆਪਣੇ ਗੁਣਾਂ ਦਾ। ਤੇ ਜੇ ਇਉਂ ਪਰਾਇਵਾਚੀ ਸ਼ਬਦ ਲਾ ਕਰਕੇ ਵੇਖੀਏ ਤੇ ਸਾਧ ਸੰਗੀ ਅਭਿਮਾਨ ਕਰਕੇ ਹੀ ਕਿਸੇ ਦਾ ਕੋਈ ਨਿਰਾਦਰ ਕਰਦਾ ਨਾ, ਅੰਦਰ ਅਹੰਕਾਰ ਹੁੰਦਾ ਤੇ ਫਿਰ ਉਸ ਕਰਕੇ ਅਸੀਂ ਦੂਸਰੇ ਦਾ ਸਤਿਕਾਰ ਨਹੀਂ ਕਰਦੇ ਕਿ ਇਹਦਾ ਮੇਰੇ ਨਾਲੋਂ ਵੱਧ ਮਾਣ ਕਿਉਂ ਹੈ, ਮੇਰੇ ਨਾਲੋਂ ਸਤਿਕਾਰ ਜ਼ਿਆਦਾ ਕਿਉਂ ਹੈ। ਜੇ ਮੈਂ ਇਹਨੂੰ ਨੀਵਿਆਂ ਤੇ ਸੰਸਾਰ ਵਿੱਚ ਮੈਂ ਨੀਵਾਂ ਸਮਝਿਆ ਜਾਵਾਂਗਾ, ਇਹ ਵੱਡਾ ਸਮਝਿਆ ਜਾਵੇਗਾ। ਇਸ ਤਰ੍ਹਾਂ ਕਰਕੇ ਕੀ ਹੈ, ਹੰਕਾਰੀ ਪੁਰਸ਼ ਨਿਆਉਂਦੇ ਨਹੀਂ ਹਨ, ਉਹ ਕਿਸੇ ਨੂੰ ਝੁਕਦੇ ਨਹੀਂ। ਜਿਵੇਂ ਕ੍ਰਿਸ਼ਨ ਜੀ ਦਾ ਜ਼ਿਕਰ ਆਉਂਦਾ ਹੈ ਨਾ, ਪਿੱਛੇ ਸ਼ਬਦ ਵੀ ਆਇਆ ਸੀਗਾ ਕਿ ਰਾਜਨ ਕੌਣ ਤੁਮਾਰੇ ਆਵੈ। ਜਦੋਂ ਕ੍ਰਿਸ਼ਨ ਜੀ ਚੱਲ ਕਰਕੇ ਗਏ ਸੀਗੇ ਤਾਂ ਉਸ ਸਮੇਂ ਦੁਰਯੋਧਨ ਸਭਾ ਲਗਾ ਕੇ ਬੈਠਾ ਹੋਇਆ ਸੀ, ਤੇ ਕ੍ਰਿਸ਼ਨ ਜੀ ਦਾ ਆਉਣਾ ਸੁਣਿਆ ਤੇ ਦੁਰਯੋਧਨ ਨੇ ਮਨ ਵਿੱਚ ਸੋਚਿਆ
ਕਿ ਕ੍ਰਿਸ਼ਨ ਜੀ ਦੇ ਆਉਣ ਦੇ ਉੱਪਰ ਜੇ ਮੈਂ ਉੱਠ ਕਰਕੇ ਕ੍ਰਿਸ਼ਨ ਜੀ ਦਾ ਸਤਿਕਾਰ ਕਰਦਾ ਤੇ ਮੇਰੇ ਅਮੀਰਾਂ ਵਜ਼ੀਰਾਂ ਤੇ ਪ੍ਰਜਾ ਨੇ ਸਮਝਣਾ ਕਿ ਕ੍ਰਿਸ਼ਨ ਜੀ ਵੱਡੇ ਐ ਤੇ ਦੁਰਯੋਧਨ ਛੋਟਾ ਹੈ। ਤੇ ਜੇ ਮੈਂ ਉੱਠ ਕੇ ਸਤਿਕਾਰ ਨਾ ਕੀਤਾ ਤੇ ਤਾਂ ਵੀ ਨਰਾਦਰੀ ਹੋਵੇਗੀ, ਗੱਲ ਚੰਗੀ ਨਹੀਂ। ਤੇ ਕੀ ਕਰੀਏ? ਕਿਉਂਕਿ ਕਈ ਵਾਰੀ ਇਸ ਤਰ੍ਹਾਂ ਮਨ ਦੇ ਅੰਦਰ ਜਦੋਂ ਖਿਆਲ ਹੋਵੇ ਨਾ ਕਿ ਕਿਸੇ ਦਾ ਪ੍ਰਤਾਪ ਵੇਖ ਕਰਕੇ ਨਹੀਂ ਝੱਲਿਆ ਜਾਂਦਾ, ਤੇ ਜੇ ਕੋਈ ਉਹ ਮਿਲਣ ਵੀ ਆਵੇ ਤਾਂ ਵੀ ਉਸ ਨੂੰ ਮੇਲ ਮਿਲਾਪ ਉਸ ਢੰਗ ਨਾਲ ਕਰਨਾ ਕਿ ਉਹ ਮੇਰਾ ਵੀ ਪ੍ਰਤਾਪ ਸਮਝੇ, ਕਿ ਮੇਰੀ ਵੀ ਕੋਈ ਰੈਪੂਟੇਸ਼ਨ ਹੈ, ਮੇਰਾ ਵੀ ਕੋਈ ਸਤਿਕਾਰ ਹੈ। ਪ੍ਰਭਾਵ ਆਪਣਾ ਦਿਖਾਉਣਾ, ਆਪਣਾ ਪ੍ਰਭਾਵ ਪ੍ਰਗਟ ਕਰਨਾ। ਦੁਰਯੋਧਨ ਦੇ ਚਿੱਤ 'ਚ ਜਦੋਂ ਇਹ ਖਿਆਲ ਆਇਆ ਕਿ ਮੈਨੂੰ ਸਾਰੇ ਫਿਰ ਛੋਟਾ ਸਮਝੂਗੇ, ਉੱਠ ਕੇ ਸਤਿਕਾਰ ਕਰਾਂਗਾ, ਗੱਲ ਚੰਗੀ ਨਹੀਂ। ਤੇ ਦੁਰਯੋਧਨ ਉੱਠ ਕੇ ਨਾ ਆਪਣੇ ਹਸਤਬਲ ਵੱਲ ਚਲਿਆ ਗਿਆ ਹਾਥੀ ਵੇਖਣ ਵਾਸਤੇ। ਕ੍ਰਿਸ਼ਨ ਜੀ ਉੱਥੋਂ ਹੀ ਮੁੜ ਗਏ ਤੇ ਜਾ ਕਰਕੇ ਬਿਦਰ ਜੀ ਦੇ ਘਰ ਵਿੱਚ ਫਿਰ ਰਾਤ ਵਿਸ਼ਰਾਮ ਕੀਤਾ। ਤੇ ਜਦੋਂ ਪੁੱਛਿਆ ਦੁਰਯੋਧਨ ਨੇ, ਕਿਉਂਕਿ ਭਾਈ ਗੁਰਦਾਸ ਸਾਹਿਬ ਵੀ ਜ਼ਿਕਰ ਕਰਦੇ ਆ ਦੁਰਯੋਧਨ ਦਾ ਪੁੱਛਣਾ ਗੋਲੇ ਦੇ ਘਰ ਜਾਏ ਕਿ ਸੁੱਤਾ, ਕਿ ਤੁਸੀਂ ਸਾਡੇ ਗੋਲੇ ਦੇ ਨੌਕਰ ਦੇ ਘਰ ਵਿੱਚ ਜਾ ਕਰਕੇ ਸੌਂਗੇ, ਸਾਡਾ ਵਜ਼ੀਰ ਆ ਆਖਰ। ਤੇ ਫਿਰ ਕ੍ਰਿਸ਼ਨ ਜੀ ਨੇ ਜੋ ਜਵਾਬ ਦਿੱਤਾ ਉਹ ਗੁਰੂ ਸਾਹਿਬ ਨੇ ਬਾਣੀ ਵਿੱਚ ਅੰਕਿਤ ਕੀਤਾ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵ ਹੈ। ਹੁਣ ਬਿਦਰ ਜੀ ਤਾਂ ਪਹਿਲਾਂ ਹੀ ਗਰੀਬੀ ਭਾਵ ਧਾਰਨ ਕੀਤਾ ਹੋਇਆ। ਭਗਤ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਅੰਦਰ ਨਿਮਰਤਾ ਦਾ ਵਾਸ ਹੈ। ਉੱਥੇ ਕ੍ਰਿਸ਼ਨ ਜੀ ਚਲੇ ਗਏ, ਰਾਤ ਸਾਰੀ ਉੱਥੇ ਬਤੀਤ ਕੀਤੀ ਹੈ। ਕਿਹਾ ਸੀ ਦੁਰਯੋਧਨ ਨੂੰ, ਹਸਤੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਬਈ ਤੂੰ ਤਾਂ ਸਾਨੂੰ ਐਵੇਂ ਮਨੁੱਖ ਕਰਕੇ ਹੀ ਜਾਣਿਆ, ਦੁਰਯੋਧਨ ਰਾਜੇ ਕਰਕੇ ਹੀ ਜਾਣਿਆ ਕਿ ਦਵਾਰਕਾ ਦੇ ਰਾਜੇ ਆਏ ਐ, ਸ਼੍ਰੀ ਭਗਵਾਨ ਨਾ ਜਾਣਿਆ। ਵੇਖ ਲੈ ਤੂੰ ਆਪਣੇ ਹਾਥੀਆਂ ਨੂੰ ਵੇਖ ਵੇਖ ਕਰਕੇ ਆਪਣੇ ਰਾਜ ਦੇ ਨਸ਼ੇ ਵਿੱਚ ਹੀ ਭਰਮ 'ਚ ਪੈ ਕਰਕੇ ਭੁੱਲ ਗਿਆ। ਜਦੋਂ ਮਨ ਦੇ ਅੰਦਰ ਇਹ ਖਿਆਲ ਆਵੇ ਨਾ, ਉਦੋਂ ਫਿਰ ਸਾਧ ਸੰਗਤ ਜੀ ਅਭਿਮਾਨ ਹੁੰਦਾ ਕਿ ਮੇਰੇ ਨਾਲੋਂ ਵੱਧ ਕਿਸੇ ਦੀ ਉਸਤਤ ਵਡਿਆਈ ਹੋਣੀ ਨਹੀਂ ਚਾਹੀਦੀ। ਤੇ ਅਭਿਮਾਨ ਕਰਕੇ ਹੀ ਇਹ ਫੁਰਦਾ ਰਹਿੰਦਾ ਹੈ ਕਿ ਬ੍ਰਹਮਾ ਨੇ ਜਿਹੇ ਜਿਹਾ ਮੈਂ ਪੈਦਾ ਕੀਤਾ, ਇਹ ਜਿਹਾ ਤਾਂ ਹੋਰ ਹੈ ਹੀ ਨਹੀਂ, ਬਸ ਸ੍ਰਿਸ਼ਟੀ 'ਚ ਮੈਂ ਹੀ ਮੈਂ ਆ। ਇਸ ਤਰ੍ਹਾਂ ਇਹ ਅਭਿਮਾਨ ਕਰਕੇ ਫੁਰਦਾ ਰਹਿੰਦਾ ਹੈ। ਜੋ ਮੈਨੂੰ ਪਤਾ ਹੈ ਉਹ ਕਿਸੇ ਹੋਰ ਦੂਸਰੇ ਨੂੰ ਨਹੀਂ ਪਤਾ, ਇਹ ਅਭਿਮਾਨ ਹੈ। ਆਪਣੇ ਅੰਦਰ ਆਪਣੀ ਅਕਲ ਦਾ, ਆਪਣੀ ਵਿਦਿਆ ਦਾ, ਆਪਣੇ ਗੁਣਾਂ ਦਾ ਇਹ ਸਾਧ ਸੰਗਤ ਜੀ ਜਿਹੜਾ ਮਾਣ ਫੁਰੀ ਜਾਣਾ, ਇਹਨੂੰ ਅਭਿਮਾਨ ਕਹਿੰਦੇ ਆ। ਤੇ ਬਾਹਰੋਂ ਕਿਸੇ ਕੋਲੋਂ ਸਤਿਕਾਰ ਦੀ ਇੱਛਾ ਰੱਖਣੀ, ਤੇ ਜੇ ਆਪਾਂ ਕਿਸੇ ਦਾ ਸਤਿਕਾਰ ਨਹੀਂ ਕਰਦੇ ਤੇ ਫਿਰ ਦੂਸਰੇ ਕੋਲੋਂ ਸਤਿਕਾਰ ਦੀ ਇੱਛਾ ਮਨੁੱਖ ਕਿਵੇਂ ਕਰ ਸਕਦਾ? ਸੰਸਾਰ ਦੇ ਅੰਦਰ ਵਾਹਿਗੁਰੂ ਦੇ ਨਾਮ ਤੋਂ ਭੁੱਲਿਆ ਹੋਇਆ ਮਨੁੱਖ ਇਵੇਂ ਹੀ ਕਰਦਾ, ਸਭ ਦਾ ਨਿਰਾਦਰ ਕਰਦਾ ਤੇ ਆਪ ਸਭ ਕੋਲੋਂ ਆਪਣਾ ਸਤਿਕਾਰ ਕਰਾਉਣਾ ਚਾਹੁੰਦਾ। ਇਹ ਇੱਛਾ ਹੈ। ਪਰ ਕਬੀਰ ਸਾਹਿਬ ਜੀ ਕਹਿੰਦੇ ਭਾਈ ਰੱਬ ਦੇ ਪਿਆਰਿਆਂ ਦਾ ਬਿਲਕੁਲ ਉਲਟ ਸੁਭਾਅ ਹੁੰਦਾ। ਉਹ ਐਸੇ ਨਹੀਂ ਹੁੰਦੇ, ਉਹ ਕਿਸੇ ਕੋਲੋਂ ਸਤਿਕਾਰ ਦੀ ਇੱਛਾ ਨਹੀਂ ਰੱਖਦੇ। ਕਿਸੇ ਪ੍ਰਕਾਰ ਉਹਨਾਂ ਦੇ ਮਨ ਵਿੱਚ ਭੁੱਖ ਨਹੀਂ ਹੁੰਦੀ ਕੋਈ ਸਾਡਾ ਸਤਿਕਾਰ ਕਰੇ। ਪਰ ਫਿਰ ਵੀ ਕੁਦਰਤੀ ਹੈ ਕਿ ਮਹਾਰਾਜ ਆਪਣੇ ਨਾਮ ਜਪਣ ਵਾਲੇ ਦਾ ਸੰਸਾਰ ਦੇ ਅੰਦਰ ਬਹੁਤ ਜ਼ਿਆਦਾ ਸਤਿਕਾਰ ਕਰਾ ਦਿੰਦੇ ਆ, ਬੜੀ ਵਡਿਆਈ ਕਰਵਾਉਂਦੇ ਆ। ਭਗਤ ਨਹੀਂ ਚਾਹੁੰਦੇ, ਮਹਾਂਪੁਰਸ਼ ਨਹੀਂ ਚਾਹੁੰਦੇ ਕਿ ਸਾਡਾ ਕੋਈ ਸਤਿਕਾਰ ਕਰੇ, ਕਿਉਂਕਿ ਉਹ ਸਤਿਕਾਰ ਤੋਂ ਉੱਪਰ ਉੱਠ ਗਏ ਆ। ਉਹਨਾਂ ਦਾ ਸਤਿਕਾਰ ਕੋਈ ਕਰੇ ਤੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਫੁੱਲਦੇ ਨਹੀਂ, ਕੋਈ ਉਹਨਾਂ ਦਾ ਨਿਰਾਦਰ ਕਰ ਦੇਵੇ ਤੇ ਉਹਨਾਂ ਦਾ ਕੁਛ ਘਟਦਾ ਨਹੀਂ, ਉਹਨਾਂ ਦਾ ਚਿੱਤ ਡੋਲਦਾ ਨਹੀਂ। ਤਾਂ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਤਜਹੁ ਮਾਨ ਅਭਿਮਾਨਾ। ਭਾਈ ਤੁਸੀਂ ਵੀ ਜੇ ਵਾਹਿਗੁਰੂ ਦੇ ਨਾਮ ਦਾ ਸੁੱਖ ਲੈਣਾ ਚਾਹੁੰਦੇ ਹੋ ਤੇ ਆਪਣੇ ਅੰਦਰੋਂ ਮਾਨ ਦੀ ਇੱਛਾ ਛੱਡ ਦਿਓ ਕਿ ਕੋਈ ਮੇਰਾ ਸਤਿਕਾਰ ਕਰੇ, ਮੇਰੀ ਜੈ ਜੈਕਾਰ ਹੋਵੇ। ਜਿਹੜੇ ਅੰਦਰ ਸ਼ੁਭ ਗੁਣ ਹਨ, ਆਪਣੀ ਅਕਲ ਹੈ, ਤਾਂ ਪੜ੍ਹੀ ਹੋਈ ਵਿਦਿਆ ਹੈ, ਉਹਦਾ ਵੀ ਜਿਹੜਾ ਹੈ ਨਾ ਅਹੰਕਾਰ ਛੱਡ ਦਿਓ ਗੁਣਾਂ ਦਾ।
ਤੇ ਜਿਹੜਾ ਇਹ ਹੰਕਾਰ ਛੱਡਣਾ ਹੈ ਫਿਰ ਵਾਹਿਗੁਰੂ ਦੇ ਨਾਮ ਦੇ ਸੁੱਖ ਦਾ ਜ਼ਰੂਰ ਅਨੁਭਵ ਹੋਵੇਗਾ। ਨਿੰਦਾ ਉਸਤਤ ਦੋ ਵਿਵਰਜਿਤ, ਨਿੰਦਾ ਵੀ ਤੇ ਉਸਤਤੀ ਵੀ, ਇਹ ਵੀ ਤਿਆਗ ਕਰੋ। ਤੇ ਫਿਰ ਕਹਿੰਦੇ ਕਿਸੇ ਕੋਲੋਂ ਸਤਿਕਾਰ ਕਰਾਉਣ ਦੀ ਇੱਛਾ ਤੇ ਆਪਣੇ ਅੰਦਰ ਅਭਿਮਾਨ ਦੇ ਸਹਿਤ ਕਿਸੇ ਦਾ ਨਿਰਾਦਰ ਕਰ ਦੇਣਾ, ਆਪਣੇ ਗੁਣਾਂ ਦਾ ਮਾਣ ਰੱਖਣਾ, ਇਹ ਵੀ ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹਦਾ ਤਿਆਗ ਕਰੋ, ਛੱਡ ਦਿਓ। ਲੋਹਾ ਕੰਚਨ ਸਮ ਕਰ ਜਾਣਹਿ। ਫਿਰ ਕਬੀਰ ਸਾਹਿਬ ਜੀ ਹੋਰ ਕੀ ਨਿਸ਼ਾਨੀ ਹੁੰਦੀ ਹੈ ਮਹਾਪੁਰਸ਼ ਦੀ? ਜੇ ਉਸ ਰਸ ਨੂੰ ਪਾਉਣਾ ਹੋਵੇ ਹੋਰ ਕੀ ਕਰਨਾ ਚਾਹੀਦਾ? ਕਬੀਰ ਸਾਹਿਬ ਜੀ ਕਹਿੰਦੇ ਲੋਹਾ ਕੰਚਨ ਸਮ ਕਰ ਜਾਣਹਿ। ਭਾਈ ਲੋਹੇ ਨੂੰ ਤੇ ਕੰਚਨ ਸੋਇਨੇ ਨੂੰ ਉਹ ਸਮ ਬਰਾਬਰ ਕਰਕੇ ਜਾਣਦੇ ਆ। ਹੁਣ ਲੋਹੇ ਵਿੱਚ ਸਾਡੀ ਬਿਰਤੀ ਇਹ ਹੈ ਕਿ ਇਹ ਲੋਹਾ ਹੈ, ਸੋਨੇ ਵਿੱਚ ਸਾਡੀ ਬਿਰਤੀ ਹੈ ਕਿ ਸੋਨਾ ਹੈ। ਪਰ ਕਬੀਰ ਸਾਹਿਬ ਜੀ ਕਹਿੰਦੇ ਰੱਬ ਦੇ ਪਿਆਰੇ ਵਾਸਤੇ ਸੋਨਾ ਵੀ ਲੋਹੇ ਵਰਗਾ ਹੈ ਤੇ ਲੋਹਾ ਵੀ ਸੋਨੇ ਵਰਗਾ ਹੈ, ਕਿਉਂਕਿ ਉਹਨਾਂ ਨੂੰ ਪਦਾਰਥਾਂ ਦਾ ਕੋਈ ਲਾਲਚ ਨਹੀਂ ਰਹਿ ਗਿਆ। ਇਹ ਹੈ ਕਿ ਸੋਨਾ ਬਹੁਤ ਜ਼ਿਆਦਾ ਹੋਊਗਾ, ਜਸ ਤੇ ਵਡਿਆਈ ਤੇ ਸੰਸਾਰ ਦੇ ਅੰਦਰ ਮਾਇਆ ਕਰਕੇ ਸੁਖੀ ਮੰਨਦੇ ਆ ਤਾਂ ਫਿਰ ਤਾਂ ਸੋਨੇ ਵਿੱਚ ਫਰਕ ਜਾਪੇਗਾ ਕਿ ਨਹੀਂ ਭਾਈ ਇਹ ਸੋਨਾ ਇਹ ਲੋਹਾ ਹੈ। ਤੇ ਜੇ ਸੰਸਾਰ ਦੀਆਂ ਇਹ ਸਾਰੀਆਂ ਹੀ ਚੀਜ਼ਾਂ ਛੁੱਟ ਗਈਆਂ, ਨਾ ਉਹਨੂੰ ਨਿੰਦਾ ਦਾ ਡਰ ਹੈ, ਨਾ ਉਹਨੂੰ ਉਸਤਤ ਦੀ ਭੁੱਖ ਹੈ, ਕਿਸੇ ਕੋਲੋਂ ਸਤਿਕਾਰ ਦੀ ਇੱਛਾ ਨਹੀਂ ਹੈ, ਆਪਣੇ ਗੁਣਾਂ ਦਾ ਹੰਕਾਰ ਮਰ ਗਿਆ, ਉਹਦੇ ਵਾਸਤੇ ਫਿਰ ਸਾਧ ਸੰਗਤ ਜੀ ਲੋਹਾ ਤੇ ਸੋਨਾ ਬਰਾਬਰ ਹੈ। ਹਜੂਰ ਨੇ ਕਿਹਾ ਨਾ ਕੰਚਨ ਮਾਟੀ ਮਨ ਹੈ, ਉਹ ਕੰਚਨ ਸੋਇਨੇ ਨੂੰ ਤੇ ਮਿੱਟੀ ਨੂੰ ਇੱਕ ਬਰਾਬਰ ਮੰਨਦੇ ਆ। ਅਸੀਂ ਚਾਹੁੰਦੇ ਤਾਂ ਹਾਂ ਕਿ ਸਾਡੀ ਇਹ ਅਵਸਥਾ ਤੇ ਸਾਨੂੰ ਇਹ ਸੁੱਖ ਪ੍ਰਾਪਤ ਹੋਵੇ, ਪਰ ਮਨ ਦੇ ਨਾਲ ਕੋਈ ਪ੍ਰਾਣੀ ਲੂਝ ਨਹੀਂ ਸਕਦਾ। ਜਿਹੜਾ ਆਪਣੇ ਮਨ ਦੇ ਨਾਲ ਜੂਝਦਾ ਨਾ ਉਹੋ ਹੀ ਸੂਰਬੀਰ ਹੁੰਦਾ ਹੈ। ਇਹ ਗੁਣਾਂ ਨੂੰ ਕਹਿ ਲੈਣਾ ਤੇ ਸੁਣ ਲੈਣਾ ਬੜਾ ਸੌਖਾ ਹੈ, ਪਰ ਇਹਨਾਂ ਨੂੰ ਕਮਾਉਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਇਸੇ ਕਰਕੇ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਬਦ ਕਹੇ ਆ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ ਕੋਈ ਏਕ ਆਦ। ਵਿਰਲਾ ਹੀ ਕੋਈ ਗੁਰਮੁਖ ਇਸ ਖੇਡ ਨੂੰ ਖੇਡਣਾ ਜਾਣਦਾ ਹੈ। ਤੇ ਸਾਧ ਸੰਗਤ ਜੀ ਜਿਹੜਾ ਸੰਸਾਰ ਦੀਆਂ ਉਸਤਤ ਨਿੰਦਾ ਮਾਨ ਅਭਿਮਾਨ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਤੇ ਫਿਰ ਉਹਦੇ ਲਈ ਸਾਧ ਸੰਗਤ ਜੀ ਕੀ ਸੋਨਾ ਤੇ ਕੀ ਲੋਹਾ ਸਭ ਇੱਕ ਸਮਾਨ ਹੀ ਹੈ। ਭਗਤ ਜਨਾਂ ਨੂੰ ਕਿੰਨਾ ਸਤਿਕਾਰ ਪਿਆਰ ਕਰਕੇ ਰਾਜੇ ਮਹਾਰਾਜੇ ਕਿੰਨਾ ਕਿੰਨਾ ਸੋਨਾ ਭੇਟ ਕਰ ਦਿੰਦੇ, ਪਰ ਕੀ ਉਹਨਾਂ ਦਾ ਸੋਨੇ ਵਿੱਚ ਲਗਾਵ ਲੱਗ ਕੇ ਮਹਾਰਾਜ ਦਾ ਨਾਮ ਵਿਸਰ ਜਾਂਦਾ? ਨਹੀਂ ਸਾਧ ਸੰਗਤ ਜੀ, ਉਹ ਸੋਨੇ ਨੂੰ ਵੀ ਮਿੱਟੀ ਜਾਣਦੇ ਆ, ਸੋਨੇ ਨੂੰ ਵੀ ਲੋਹਾ ਜਾਣਦੇ ਆ। ਕਿਉਂ? ਉਹਨਾਂ ਨੂੰ ਪਤਾ ਜਿਹੇ ਜੀ ਧਾਤ ਲੋਹਾ ਉਹੋ ਜੀ ਸੋਨਾ ਹੈ। ਬਸ ਫਰਕ ਇਹ ਹੈ ਕਿ ਇਹਦੇ ਵਾਸਤੇ ਸੰਸਾਰ ਦੇ ਚਾਰ ਪਦਾਰਥ ਜੀਵ ਭੋਗ ਸਕਦਾ, ਹੋਰ ਕੀ ਹੈ। ਸੰਸਾਰ ਦੇ ਅੰਦਰ ਮਾਇਆ ਕਰਕੇ ਵਡਿਆਈ ਤੇ ਅਮੀਰ ਹੋ ਜਾਊਗਾ, ਹੋਰ ਕੀ ਹੈ। ਹੋਰ ਤਾਂ ਸੋਨੇ ਤੋਂ ਕੁਛ ਨਹੀਂ। ਕੀ ਸੋਨੇ ਨਾਲ ਬ੍ਰਹਮ ਗਿਆਨ ਤਾਂ ਨਹੀਂ ਹੋਣ ਲੱਗਾ? ਕੀ ਸੋਨੇ ਨਾਲ ਆਤਮਿਕ ਸੁੱਖ ਤਾਂ ਨਹੀਂ ਮਿਲਣ ਲੱਗਾ? ਇਹ ਦ੍ਰਿਸ਼ਟਾਂਤ ਦੇ ਕਰਕੇ ਕਬੀਰ ਸਾਹਿਬ ਜੀ ਦੱਸਦੇ ਆ ਕਿ ਭਾਈ ਉਹਨਾਂ ਦੀ ਲੋਹੇ ਵਿੱਚ ਤੇ ਸੋਨੇ ਵਿੱਚ ਸਮ ਬਿਰਤੀ ਹੁੰਦੀ ਹੈ। ਉਹ ਲੋਹੇ ਨੂੰ ਸਸਤਾ ਜਾਣ ਕੇ ਤਿਆਗਦੇ ਨਹੀਂ ਤੇ ਸੋਨੇ ਨੂੰ ਮਹਿੰਗਾ ਜਾਣ ਕੇ ਗ੍ਰਹਿਣ ਨਹੀਂ ਕਰਦੇ, ਕਿਉਂਕਿ ਉਹ ਤਾਂ ਇੱਕ ਧਾਤ ਹੀ ਸਮਝਦੇ ਆ ਕਿ ਜਿਹੋ ਜਿਹਾ ਲੋਹਾ ਉਹੋ ਜਿਹਾ ਸੋਨਾ। ਇਸ ਤਰ੍ਹਾਂ ਸਾਧ ਸੰਗਤ ਜੀ ਵਾਹਿਗੁਰੂ ਦੇ ਪਿਆਰੇ ਜੋ ਹਨ ਉਹਨਾਂ ਦੀ ਇਹ ਬਿਰਤੀ ਸਮਾਨ ਹੋ ਜਾਂਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਸਮ ਕਰ ਜਾਣਹਿ, ਭਾਵ ਬਰਾਬਰ ਕਰਕੇ ਜਾਣਦੇ ਆ ਲੋਹੇ ਤੇ ਸੋਨੇ ਨੂੰ। ਤੇ ਮੂਰਤ ਭਗਵਾਨਾ, ਉਹ ਸਾਧ ਸੰਗਤ ਜੀ ਭਗਵਾਨ ਦੀ ਸਾਖਸ਼ਾਤ ਮੂਰਤ ਹੈ। ਕਬੀਰ ਸਾਹਿਬ ਜੀ ਕਹਿੰਦੇ ਪ੍ਰਤੱਖ ਹੀ ਭਗਵਾਨ ਹੈ ਭਾਈਓ। ਖਟ ਭਗਾ ਸੰਪੰਨ ਮੇਰਾ ਪਰਮੇਸ਼ਰ ਹੀ ਹੈ, ਉਹ ਹੈ ਭਗਵਾਨ। ਇਹ ਜਿਹਦੇ ਕੋਲ ਸਾਧ ਸੰਗਤ ਜੀ ਗੁਣ ਆ ਗਏ ਹੈ, ਇਹ 6 ਗੁਣ ਗਿਣੇ ਆ ਕਬੀਰ ਸਾਹਿਬ ਜੀ ਨੇ। ਪਹਿਲਾਂ ਤਾਂ ਨਿੰਦਾ ਦਾ ਤਿਆਗ ਕਰਨਾ ਕਿ ਭਾਈ ਨਿੰਦਾ ਤੋਂ ਸੁਣ ਕੇ ਘਬਰਾਵੇ ਨਾ, ਤੇ ਫਿਰ ਦੂਸਰਾ ਉਸਤਤ ਦੀ ਇੱਛਾ ਨਾ ਰੱਖੇ, ਭਾਵ ਆਪਣੀ ਉਸਤਤੀ ਨਾ ਕਰਵਾਵੇ। ਫਿਰ ਮਾਣ ਆਪਣਾ ਸਤਿਕਾਰ ਸੰਸਾਰ ਦੇ ਅੰਦਰ ਕਰਵਾਉਣ ਦੀ ਇੱਛਾ। ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਆਪਣੇ ਗੁਣਾਂ ਦਾ ਅਭਿਮਾਨ ਜਿਹੜਾ ਹੈ ਉਹ ਤਿਆਗਣਾ ਤੇ
ਪੰਜਵੇਂ ਨੰਬਰ ਤੇ ਕਹਿੰਦੇ ਆ ਲੋਹਾ ਅਤੇ ਸੋਨਾ, ਇਹਨਾਂ ਨੂੰ ਬਰਾਬਰ ਕਰਕੇ ਜਾਣਨਾ। ਜਿਹਦੇ ਵਿੱਚ ਇਹ ਗੁਣ ਆ ਜਾਣ, ਕਬੀਰ ਸਾਹਿਬ ਕਹਿੰਦੇ ਤੇ ਮੂਰਤ ਭਗਵਾਨਾ, ਉਹ ਭਾਈ ਭਗਵਾਨ ਦੀ ਸਾਖਸ਼ਾਤ ਮੂਰਤ ਹੈ, ਉਹ ਪਰਮੇਸ਼ਰ ਦਾ ਹੀ ਸਰੂਪ ਹੈ। ਸੋ ਜ਼ਿਕਰ ਆਉਂਦਾ ਹੈ ਕਿ ਭਗਤ ਰਵਿਦਾਸ ਜੀ ਦੇ ਕੋਲ ਆਪ ਪਰਮੇਸ਼ਰ ਆ ਕਰਕੇ ਨਾ ਕਿ ਭਲਾ ਭਗਤ ਰਵਿਦਾਸ ਦਾ ਮਨ ਡੋਲਦਾ ਹੈ। ਇੱਕ ਉਦਾਸੀ ਦਾ ਰੂਪ ਧਾਰ ਕੇ ਆਏ ਆ, ਰਿਸ਼ੀ ਦਾ ਰੂਪ ਬਣਾ ਕੇ, ਕਹਿਣ ਲੱਗੇ ਰਵਿਦਾਸ ਜੀ ਮੈਂ ਯਾਤਰਾ ਤੇ ਚੱਲਿਆ ਤੇ ਮੇਰੇ ਕੋਲ ਨਾ ਇੱਕ ਪਾਰਸ ਹੈ ਤੇ ਮੈਂ ਸੋਚਦਾ ਖਬਰੇ ਰਾਹ ਚ ਗਵਾਚ ਹੀ ਨਾ ਜਾਵੇ, ਤੇ ਜੇ ਤੁਸੀਂ ਇਹ ਕੁਝ ਸਮਾਂ ਰੱਖ ਲਓ ਤਾਂ। ਤੇ ਭਗਤ ਰਵਿਦਾਸ ਜੀ ਕਹਿੰਦੇ ਭਾਈ ਜਿੱਥੇ ਥਾਂ ਦਿਸਦਾ ਹੈ ਕੁਟੀਆ ਦੇ ਵਿੱਚ ਉੱਥੇ ਰੱਖ ਦਿਓ ਮਹਾਰਾਜ ਮਹਾਤਮਾ ਜੀ। ਤੇ ਰੱਖ ਦਿੱਤਾ। ਰਿਸ਼ੀ ਮਹਾਂਪੁਰਸ਼ ਨੇ ਹੈ ਤਾਂ ਪਰਮੇਸ਼ਰ ਰੂਪ ਬਣਾ ਕਰਕੇ ਆਏ ਹੋਏ, ਰੱਖ ਕਰਕੇ ਤੇ ਆਪ ਚਲੇ ਗਏ। ਤੇ ਜਦੋਂ ਵਾਪਸ ਪਰਤੇ ਆ ਕੁਝ ਸਮੇਂ ਬਾਅਦ ਪੁੱਛਦੇ ਆ ਮਹਾਰਾਜ ਮੇਰਾ ਪਾਰਸ ਸੀਗਾ ਮੈਂ ਤੁਹਾਡੇ ਕੋਲ ਰੱਖ ਗਿਆ ਸਾਂ, ਆ ਕੇ ਵੇਖ ਲਿਆ ਕਿ ਉਹੋ ਹੀ ਉਹਨਾਂ ਦਾ ਜੁੱਤੀਆਂ ਗੰਢਣ ਵਾਲਾ ਥਾਂ ਏ, ਉਹੋ ਹੀ ਬੈਠੇ ਹੋਏ ਜੁੱਤੀਆਂ ਗੰਢ ਰਹੇ ਆ। ਤੇ ਭਗਤ ਰਵਿਦਾਸ ਜੀ ਕਹਿੰਦੇ ਜਿੱਥੇ ਰੱਖਿਆ ਉਹ ਮਹਾਰਾਜ ਉੱਥੋਂ ਹੀ ਚੁੱਕ ਲਓ ਜਾ ਕੇ, ਮੈਨੂੰ ਤਾਂ ਨਹੀਂ ਪਤਾ। ਜਾ ਕਰਕੇ ਵੇਖਿਆ ਕਿ ਪਾਰਸ ਤਾਂ ਉੱਥੇ ਹੀ ਪਿਆ ਹੋਇਆ ਹੈ। ਭਗਤ ਰਵਿਦਾਸ ਜੀ ਵਾਸਤੇ ਉਹ ਪਾਰਸ ਪੱਥਰ ਹੀ ਹੈ। ਉਹਨਾਂ ਦੇ ਚਿੱਤ ਵਿੱਚ ਇਹ ਖਿਆਲ ਵੀ ਨਹੀਂ ਆਇਆ ਕਿ ਮਨਾ ਪਾਰਸ ਪਿਆ ਅੰਦਰ ਤੇ ਮੈਂ ਵੀ ਚੀਜ਼ਾਂ ਨੂੰ ਲਾ ਲਾ ਕਰਕੇ ਤੇ ਸੋਨਾ ਬਣਾ ਬਣਾ ਕੇ ਅਮੀਰ ਹੋ ਜਾ। ਭਲਾ ਜੇ ਇਹ ਚੀਜ਼ ਨੂੰ ਆਪਾਂ ਸੁਣ ਲੈਨੇ ਆ, ਕਹਿਣਾ ਵੀ ਸੌਖਾ ਹੈ, ਪਰ ਆਪਣੇ ਆਪ ਤੇ ਟੁਕਾ ਕੇ ਵੇਖੀਏ ਭਲਾ ਸਾਨੂੰ ਪਾਰਸ ਜਾਵੇ ਮਿਲ ਤੇ ਕੀ ਸਾਨੂੰ ਸਤਸੰਗਤ ਦਾ ਉਹ ਪਿਆਰ ਲੱਗਾ ਰਹੂਗਾ। ਸਾਨੂੰ ਇੰਨੀ ਜ਼ਿਆਦੀ ਮਾਇਆ ਪਦਾਰਥ ਮਿਲ ਜਾਵੇ ਤੇ ਫਿਰ ਕੀ ਸਿੱਖੀ ਕਮਾ ਲਵਾਂਗੇ, ਫਿਰ ਤਾਂ ਮਨ ਉਧਰ ਉਲਝ ਜਾਏਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸੇ ਕਰਕੇ ਭਾਈ ਜਿਹੜੀ ਮਾਇਆ ਇਹ ਗੁਜਰਾਨ ਹੈ, ਵਾਹਿਗੁਰੂ ਜੀ ਸਭ ਨੂੰ ਦੇ ਰਹੇ ਆ ਤੇ ਉਹਦਾ ਸ਼ੁਕਰਾਨਾ ਕਰਦਿਆਂ ਹੋਇਆ ਉਹਦਾ ਭਜਨ ਕਰਨਾ ਚਾਹੀਦਾ, ਨਾਮ ਜਪਣਾ ਚਾਹੀਦਾ ਹੈ। ਤੇ ਕਬੀਰ ਸਾਹਿਬ ਜੀ ਨੇ ਜੀਵਨ ਮੁਕਤ ਦੀ ਅਵਸਥਾ ਦਿਖਾਈ ਹੈ ਕਿ ਭਾਈ ਕਹਿਣ ਨੂੰ ਤਾਂ ਫਿਰ ਹਰ ਕੋਈ ਕਹਿ ਲੇ ਕਿ ਮੈਂ ਜੀਵਨ ਮੁਕਤੀ ਆ, ਮੈਂ ਬ੍ਰਹਮ ਗਿਆਨੀ ਆ, ਪਰ ਇਹ ਲੱਛਣਾ ਜਿਹੜੇ ਆ ਨਾ ਇਹ ਕਸਵੱਟੀ ਦੱਸਦੀ ਹੈ ਕਿ ਜੀਵਨ ਮੁਕਤ ਹੈਗਾ ਕਿ ਨਹੀਂ ਹੈਗਾ। ਜੇ ਤਾਂ ਨਿੰਦਾ ਸੁਣ ਕੇ ਅੱਗ ਬਗੂਲਾ ਹੋ ਜੇ, ਲਾਲੀਆਂ ਚੜ ਜਾਣ, ਫਿਰ ਨਹੀਂ ਜੀਵਨ ਮੁਕਤ। ਤੇ ਜੇ ਆਪਣੀ ਉਸਤਤ ਸੁਣ ਕਰਕੇ ਹੀ ਫੁੱਲ ਜਾਵੇ, ਮਾਨ ਸਤਿਕਾਰ ਹੁੰਦਾ ਵੇਖ ਕਰਕੇ ਬਹੁਤ ਜ਼ਿਆਦਾ ਚਾਅ ਤੇ ਮਲਾਰ ਆ ਜਾਵੇ ਤੇ ਆਪਣੇ ਗੁਣਾਂ ਦਾ ਅਭਿਮਾਨ ਫੁਰੇ ਕਿ ਹਾਂ ਮੈਨੂੰ ਕੋਈ ਕਹਿ ਕਿਵੇਂ ਕੁਛ ਦੇਵੇ। ਨਿੰਦਾ ਵੀ ਇਸੇ ਕਰਕੇ ਪੀੜਾ ਦਿੰਦੀ ਹੈ ਕਿ ਗੁਣਾਂ ਦਾ ਹੰਕਾਰ ਹੁੰਦਾ, ਆਪਣੇ ਬਰਾਬਰ ਕਿਸੇ ਨੂੰ ਗਿਣਨਾ ਹੀ ਨਾ। ਜਦੋਂ ਇਹ ਚੀਜ਼ਾਂ ਕਸਵੱਟੀ ਤੇ ਲਾਉਂਦੇ ਨਾ ਇਹਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਭਾਈ ਜੀਵਨ ਮੁਕਤ ਦੀ ਅਵਸਥਾ ਹੈ ਜਾਂ ਨਹੀਂ ਹੈ। ਤਾਂ ਕਬੀਰ ਸਾਹਿਬ ਜੀ ਨੇ ਇਹ ਜੀਵਨ ਮੁਕਤ ਦੀ ਅਵਸਥਾ ਦਿਖਾਈ ਹੈ। ਕਹਿੰਦੇ ਨੇ ਤੇ ਮੂਰਤ ਭਗਵਾਨਾ, ਉਹ ਭਾਈ ਭਗਵਾਨ ਦੀ ਮੂਰਤੀ ਹੈ, ਉਹ ਵਾਹਿਗੁਰੂ ਦਾ ਸਾਖਸ਼ਾਤ ਸਰੂਪ ਹੈ ਜਿਨੇ ਇਹ ਗੁਣਾਂ ਨੂੰ ਧਾਰਨ ਕਰ ਲਿਆ ਹੈ। ਤੇਰਾ ਜਨ ਏਕ ਆਧ ਕੋਈ, ਇਹ ਭਗਵਾਨ ਤੇਰਾ ਜਨ ਪਿਆਰਾ ਤੇਰਾ ਭਗਤ ਉਹ ਤਾਂ ਇੱਕ ਅੱਧਾ ਹੀ ਹੈ ਕੋਈ। ਇੱਕ ਹੁੰਦਾ ਪੂਰਨ ਬ੍ਰਹਮ ਗਿਆਨੀ ਤੇ ਅੱਧਾ ਹੁੰਦਾ ਜਗਿਆਸੂ ਜਿਹਨੂੰ ਅਜੇ ਚਾਹ ਹੈ ਮਨ ਦੇ ਅੰਦਰ ਪਰ ਸੰਸੇ ਨਹੀਂ ਛੱਡਦੇ, ਵਿਪਰਜੇ ਬੁੱਧੀ ਵੀ ਤੰਗ ਕਰਦੀ ਹੈ, ਪਰਮੇਸ਼ਰ ਦੇ ਸਰੂਪ ਦੇ ਉੱਪਰ ਨਿਸ਼ਚਾ ਨਹੀਂ ਅਜੇ ਵੱਜਦਾ, ਉਹਨੂੰ ਅੱਧਾ ਕਹਿੰਦੇ ਆ ਸਾਧ ਸੰਗਤ ਜੀ। ਤੇ ਪੂਰਨ ਕਹਿੰਦੇ ਆ ਭਗਤ ਨੂੰ, ਬ੍ਰਹਮ ਗਿਆਨੀ ਨੂੰ। ਤੋ ਇਸ ਪ੍ਰਕਾਰ ਕਹਿੰਦੇ ਭਾਈ ਜਗਿਆਸਾ ਜਾਗਣੀ ਵੀ ਸੌਖੀ ਨਹੀਂ ਹੈ। ਸੰਸਾਰ ਦੇ ਅੰਦਰ ਜਿਸ ਚੀਜ਼ ਦੀ ਇੱਛਾ ਜਾਗ ਪਏ, ਜਿਹਦੀ ਪ੍ਰਾਪਤੀ ਵਾਸਤੇ ਸਾਨੂੰ ਸ਼ੌਂਕ ਪੈਦਾ ਹੋ ਜਾਵੇ, ਉਹਨੂੰ ਜਗਿਆਸਾ ਕਹਿੰਦੇ ਆ। ਤੇ ਆਪਣੇ ਮਨ ਵਿੱਚ ਅਸੀਂ ਝਾਤੀ ਮਾਰ ਕੇ ਜਦੋਂ ਵੇਖਦੇ ਹਾਂ ਕਿ ਮਨ ਦੇ ਅੰਦਰ ਸਾਡੇ ਜਗਿਆਸਾ ਤਾਂ ਲੱਗੀ ਹੋਈ ਹੈ ਸੰਸਾਰਕ ਸੁੱਖਾਂ ਦੀ, ਮਨ ਦੇ ਅੰਦਰ ਜਗਿਆਸਾ ਤਾਂ ਅਜੇ ਬਹੁਤ ਸਾਰੇ ਭੋਗਾਂ ਨੂੰ ਭੋਗਣ ਦੀ ਲੱਗੀ ਹੋਈ ਹੈ ਤੇ ਕੰਮਾਂ ਕਾਰਜਾਂ ਨੂੰ ਪੂਰੀਆਂ ਕਰਨ ਦੀ ਸਾਡੇ ਮਨ ਵਿੱਚ ਇਹ ਜਗਿਆਸਾ ਲੱਗੀ ਹੋਈ ਹੈ। ਜਦੋਂ ਮਨ ਵਿੱਚ ਇਹ ਜਗਿਆਸਾ ਹੈ ਤੇ ਫਿਰ
ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਵਾਹਿਗੁਰੂ ਨੂੰ ਮਿਲਣ ਦੀ ਸਾਧ ਸੰਗਤ ਜੀ ਅੰਦਰ ਜਗਿਆਸਾ ਪੈਦਾ ਕਰਨੀ, ਇਹ ਵੀ ਬਹੁਤ ਜ਼ਿਆਦੇ ਨਹੀਂ ਹੁੰਦੇ, ਥੋੜੇ ਹੁੰਦੇ ਆ। ਤੇ ਪਰ ਜਿਹੜਾ ਪੂਰਨ ਬ੍ਰਹਮ ਗਿਆਨੀ ਹੈ, ਇਹਦੇ ਬਾਬਤ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ। ਉਹ ਭਾਈ ਕਰੋੜਾਂ ਵਿੱਚੋਂ ਇੱਕ ਹੀ ਹੈ ਜਿਹਨੂੰ ਵਾਹਿਗੁਰੂ ਦਾ ਨਾਮ ਸਦਾ ਹੀ ਯਾਦ ਰਹਿੰਦਾ ਹੈ। ਜਿਹੜਾ ਪੂਰਨ ਬ੍ਰਹਮ ਗਿਆਨੀ ਹੈ, ਮਹਾਪੁਰਸ਼ ਹੈ, ਉਹ ਭਾਈ ਵਿਰਲਾ ਹੈ। ਬਹੁਤ ਸਾਰੇ ਐਸੇ ਮਹਾਪੁਰਸ਼ ਨਹੀਂ ਹੁੰਦੇ ਸਾਧ ਸੰਗਤ ਜੀ, ਵਿਰਲੇ ਹੁੰਦੇ ਐ। ਸੰਤ ਨਾ ਪੁਰ ਮਾਹੇ, ਕਹਿੰਦੇ ਭਾਈ ਨਗਰਾਂ ਨਗਰਾਂ ਵਿੱਚ ਹੀ ਸੰਤ ਨਹੀਂ ਹੁੰਦੇ। ਕਿਸੇ ਵਿਰਲੇ ਜੰਗਲ ਵਿੱਚ ਜਿਵੇਂ ਚੰਦਨ ਦਾ ਬੂਟਾ ਹੁੰਦਾ ਹੈ, ਇਵੇਂ ਸਾਧ ਸੰਗਤ ਜੀ ਵਿਰਲੇ ਕਿਸੇ ਨਗਰ ਵਿੱਚ ਹੀ ਕੋਈ ਮਹਾਪੁਰਸ਼ ਤੇ ਸਾਧੂ ਹੁੰਦਾ ਹੈ, ਜਿੱਥੇ ਹੋਵੇ ਸੱਚਮੁੱਚ ਸਾਧੂ। ਤੇ ਕਬੀਰ ਸਾਹਿਬ ਜੀ ਨੇ ਇਹ ਵੀ ਬਚਨ ਕਹੇ ਆ, ਕਹਿੰਦੇ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਕਹਿੰਦੇ ਭਾਈ ਉਹ ਦੇਹ ਵਿਚਾਰੀ ਕੀ ਹੈ ਜਿੱਥੇ ਐਸਾ ਇੱਕ ਸਾਧੂ ਰਹਿੰਦਾ ਹੋਵੇ, ਪੂਰਨ ਮਹਾਪੁਰਸ਼। ਕਹਿੰਦੇ ਭਾਈ ਉਹਦੇ ਰਹਿਣ ਕਰਕੇ, ਉਹਦੀ ਸੱਤਾ ਕਰਕੇ, ਉਹਦੇ ਭਜਨ ਕਰਨੇ ਕਰਕੇ ਸਾਰਾ ਗ੍ਰਾਮ ਨਗਰ ਹੀ ਪਵਿੱਤਰ ਹੋ ਜਾਊਗਾ। ਐਡੀ ਵੱਡੀ ਬਖਸ਼ਿਸ਼ ਹੁੰਦੀ ਹੈ ਸਾਧੂ ਦੇ ਨਾਮ ਜਪਣੇ ਕਰਕੇ। ਇੰਨਾ ਸੁੱਖ ਵਰਤਦਾ ਸਾਧੂ ਦੇ ਭਜਨ ਕਰਨੇ ਕਰਕੇ। ਤੋ ਕਬੀਰ ਸਾਹਿਬ ਜੀ ਕਹਿੰਦੇ ਭਾਈ ਬਹੁਤ ਵਿਰਲਾ ਹੈ ਉਹ ਮਹਾਪੁਰਸ਼ ਜਿਨੇ ਇਹ ਗੁਣ ਧਾਰਨ ਕੀਤੇ ਆ। ਕਾਮ ਕ੍ਰੋਧ ਲੋਭ ਮੋਹ ਵਿਵਰਜਿਤ। ਹੋਰ ਕਬੀਰ ਸਾਹਿਬ ਜੀ ਦੱਸਦੇ ਆ ਮਹਾਪੁਰਸ਼ ਦੀ ਅਵਸਥਾ। ਕਹਿੰਦੇ ਭਾਈ ਉਹ ਕਾਮ ਦੇ ਫੁਰਨਿਆਂ ਵਿੱਚ ਨਹੀਂ ਉਹਨਾਂ ਦਾ ਚਿੱਤ ਡੋਲਦਾ ਹੁੰਦਾ। ਬਾਹਰੋਂ ਭਾਵ ਵੀ ਪ੍ਰਾਪਤ ਹੋ ਜੇ ਨਾ ਕਿਤੇ, ਇੱਕ ਤੇ ਹੁੰਦਾ ਆਪਣੇ ਚਿੱਤ ਦਾ ਡੋਲਣਾ ਤੇ ਫਿਰ ਵੀ ਸਰੀਰ ਕਰਕੇ ਬਚੇ ਰਹਿਣਾ। ਪਰ ਜਦੋਂ ਕਿਤੇ ਮੌਕਾ ਪ੍ਰਾਪਤ ਹੋ ਜੇ ਜਿਹਦਾ ਚਿੱਤ ਡੋਲਦਾ ਹੋਵੇ, ਫਿਰ ਉਹ ਬਚ ਨਹੀਂ ਸਕਦਾ, ਉਹਦੇ ਕੋਲੋਂ ਫਿਰ ਬਚਿਆ ਨਹੀਂ ਜਾਂਦਾ। ਜਦੋਂ ਕੋਈ ਕਾਮ ਦੇ ਭੋਗਣ ਦਾ ਮੌਕਾ ਮਿਲ ਜਾਵੇ ਤਾਂ। ਪਰ ਜਿਨ੍ਹਾਂ ਦਾ ਚਿੱਤ ਵੀ ਨਹੀਂ ਡੋਲਦਾ ਕਾਮ ਦੇ ਕਰਕੇ, ਉਹ ਜਦੋਂ ਕਿਤੇ ਕਾਮ ਵਾਸ਼ਨਾ ਦੇ ਭੋਗਣ ਦਾ ਮੌਕਾ ਵੀ ਬਣਦਾ ਨਾ, ਤਾਂ ਵੀ ਸਾਧ ਸੰਗਤ ਜੀ ਫਿਰ ਉੱਥੇ ਵੀ ਉਹ ਬਚੇ ਰਹਿੰਦੇ ਆ। ਕਿਉਂਕਿ ਕਬੀਰ ਸਾਹਿਬ ਜੀ ਨੇ ਇਹ ਪ੍ਰਮਾਣ ਦਿੱਤੇ ਆ। ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਵੇਂ ਜਿਹੜਾ ਬਾਮਨ ਚੰਦਨ ਹੁੰਦਾ ਨਾ, ਉਹਦੇ ਦੁਆਲੇ ਸੱਪ ਜਿਹੜੇ ਆ ਨਾ ਸਾਧ ਸੰਗਤ ਜੀ ਉਹ ਲਪੇਟੇ ਮਾਰ ਕਰਕੇ ਰੱਖਦੇ ਆ। ਤੇ ਉੱਥੇ ਉਹ ਕਿਉਂ ਆਉਂਦੇ ਆ? ਆਪਣੀ ਜ਼ਹਿਰ ਨੂੰ ਸ਼ਾਂਤ ਕਰਦੇ ਆ, ਕਿਉਂਕਿ ਚੰਦਨ ਠੰਡਾ ਹੁੰਦਾ, ਇਸ ਕਰਕੇ ਉਹਨਾਂ ਦੀ ਜ਼ਹਿਰ ਜਿਹੜੀ ਆ ਉਹ ਸ਼ਾਂਤ ਹੁੰਦੀ ਹੈ। ਤੇ ਕੀ ਚੰਦਨ ਜਿਹੜਾ ਉਹ ਸੱਪਾਂ ਦੀ ਜ਼ਹਿਰ ਗ੍ਰਹਿਣ ਕਰ ਲੈਂਦਾ? ਨਹੀਂ ਕਰਦਾ, ਸਗੋਂ ਚੰਦਨ ਉਹਨਾਂ ਨੂੰ ਠੰਡ ਦੇ ਦਿੰਦਾ ਹੈ। ਇਸੇ ਤਰ੍ਹਾਂ ਕਬੀਰ ਸਾਹਿਬ ਜੀ ਪ੍ਰਮਾਣ ਦੇ ਕੇ ਕਹਿੰਦੇ ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭਯੰਗਮ ਵਿਡਿਓ ਤਾਂ ਸੀਤਲਤਾ ਨਾ ਤਜੰਤ। ਕਹਿੰਦੇ ਭਾਈ ਮਲਿਆਗਰ ਚੰਦਨ ਦੇ ਨਾਲ ਜਿਹੜੇ ਆ ਸੱਪ ਮਾਰ ਕੇ ਰੱਖਦੇ ਆ ਲਵੇਟੇ, ਪਰ ਆਪਣੀ ਸ਼ੀਤਲਤਾ ਨੂੰ ਠੰਡਕ ਨੂੰ ਛੱਡ ਕੇ ਸੱਪਾਂ ਦੀ ਜ਼ਹਿਰ ਥੋੜੋ ਗ੍ਰਹਿਣ ਕਰਦਾ। ਇਸ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਹਨੇ ਕਾਮ ਨੂੰ ਵਿਵਰਜਿਤ ਕਰ ਦਿੱਤਾ, ਭਾਵ ਰੋਕ ਦਿੱਤਾ, ਤਿਆਗ ਦਿੱਤਾ, ਜਦੋਂ ਕਿਤੇ ਵਾਸ਼ਨਾ ਦੇ ਭੋਗਣ ਦਾ ਵੀ ਥਾਂ ਮਿਲ ਜਾਵੇ ਨਾ, ਤੇ ਤਾਂ ਵੀ ਸਾਧ ਸੰਗਤ ਜੀ ਉਹ ਉਸ ਦੀ ਵਾਸ਼ਨਾ ਦੀ ਜ਼ਹਿਰ ਨੂੰ ਮੇਟ ਦਿੰਦੇ ਆ ਤੇ ਉਹਦੇ ਅੰਦਰ ਨਾਮ ਦੀ ਠੰਡ ਪਾ ਦਿੰਦੇ ਆ। ਕਿਉਂਕਿ ਹੁੰਦੇ ਸੰਤ ਹੈ ਜਦੋਂ ਹੈਗਾ ਸਾਧੂ ਜਿਹਨੇ ਅੰਦਰੋਂ ਵਿਵਰਜਿਤ ਕੀਤਾ ਹੋਇਆ, ਰੋਕਿਆ ਹੋਇਆ ਕਾਮ ਨੂੰ, ਵਾਸ਼ਨਾ ਨੂੰ। ਤੇ ਜੇ ਕੋਈ ਐਸਾ ਪੂਰਨ ਮਹਾਪੁਰਸ਼ ਹੈ ਨਾ, ਜਦੋਂ ਕੋਈ ਸਾਧ ਸੰਗਤ ਜੀ ਵੇਸ਼ਵਾ ਵੀ ਹੋਵੇ ਤੇ ਉਹਦੀ ਸੱਤਾ ਕਰਕੇ, ਉਹਦੇ ਨਾਮ ਦੇ ਪ੍ਰਤਾਪ ਕਰਕੇ ਉਹ ਵੀ ਸਾਧ ਸੰਗਤ ਜੀ ਸ਼ਾਂਤ ਹੋ ਜਾਂਦੀ ਹੈ। ਉਹਦੇ ਅੰਦਰੋਂ ਵੀ ਵਿਕਾਰਾਂ ਦੀ ਜ਼ਹਿਰ ਮਰ ਜਾਂਦੀ ਹੈ। ਜਿਵੇਂ ਗਨਕਾ ਦਾ ਜ਼ਿਕਰ ਕੀਤਾ ਹੈ ਹਜੂਰ ਨੇ ਆਪਣੀ ਬਾਣੀ ਅੰਦਰ, ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ। ਤੋ ਸਾਧ ਸੰਗਤ ਜੀ ਜੇ ਕੋਈ ਅਸੰਤ ਹੋਵੇ, ਪਖੰਡੀ ਹੋਵੇ, ਤੇ ਫਿਰ ਉਹ ਦੇਵੀ ਨੂੰ ਵੀ ਵੇਸ਼ਵਾ ਬਣਾ ਦਿੰਦਾ ਹੈ। ਐਸੀ ਹਾਲਤ ਹੈ। ਤੇ ਕਬੀਰ ਸਾਹਿਬ ਜੀ ਗੁਣ ਦੱਸਦੇ ਆ ਕਿ ਭਾਈ ਮਹਾਪੁਰਸ਼ ਦੇ ਗੁਣ ਹੁੰਦੇ ਆ। ਇੱਕ ਤਾਂ ਉਹ ਕਾਮ ਵਾਸ਼ਨਾ ਨੂੰ ਵਿਵਰਜ ਦਿੰਦੇ ਆ, ਆਪਣੇ ਅੰਦਰੋਂ ਰੋਕ ਦਿੰਦੇ ਆ, ਚਿੱਤ ਦੇ ਵਿੱਚ ਫੁਰਨਾ ਮਾਤਰ ਨਹੀਂ ਆਉਣ ਦਿੰਦੇ, ਇੰਨਾ ਆਪਣੇ ਮਨ ਦੇ ਅੰਦਰ ਪਹਿਰਾ ਰੱਖਦੇ ਆ। ਤੇ ਫਿਰ ਸਾਧ ਸੰਗਤ ਜੀ ਕ੍ਰੋਧ ਜਿਹੜਾ ਹੈ ਨਾ, ਕ੍ਰੋਧ ਦੇ ਕਰਨ ਨਾਲ, ਕ੍ਰੋਧ ਨੂੰ ਕੀ ਹੈ
ਇਹ ਚੰਡਾਲ ਦਾ ਦਰਜਾ ਦਿੱਤਾ ਜਾਂਦਾ ਹੈ ਕ੍ਰੋਧ ਨੂੰ। ਤੇ ਧਰਮ ਕ੍ਰੋਧ ਕਰ ਹੋਤ ਵਿਭੰਗਾ, ਧਰਮ ਤਾਂ ਉਸੇ ਵੇਲੇ ਨਾਸ ਹੋ ਜਾਂਦਾ ਜਦੋਂ ਕ੍ਰੋਧ ਆਉਂਦਾ ਹੈ। ਐਸਾ ਇਹ ਨੀਚ ਹੈ ਇਹ ਕ੍ਰੋਧ, ਧਰਮ ਤੇ ਜੀਵ ਕੋਲ ਰਹਿੰਦਾ ਹੀ ਨਹੀਂ ਜਦੋਂ ਕ੍ਰੋਧੀ ਹੋ ਜਾਵੇ। ਤੇ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਐ ਉਹਨਾਂ ਦਾ ਸ਼ਾਂਤ ਚਿੱਤ ਹੁੰਦਾ ਹੈ। ਕ੍ਰੋਧ ਨੂੰ ਵੀ ਆਪਣੇ ਅੰਦਰੋਂ ਸਾਧ ਸੰਗਤ ਜੀ ਉਹ ਵਿਵਰਜਿਤ ਕਰ ਦਿੰਦੇ ਆ, ਭਾਵ ਰੋਕ ਦਿੰਦੇ ਆ। ਕ੍ਰੋਧ ਦਾ ਵੀ ਉਹਨਾਂ ਦੇ ਉੱਤੇ ਪ੍ਰਭਾਵ ਨਹੀਂ ਪੈਂਦਾ। ਫਿਰ ਤੀਸਰੇ ਨੰਬਰ ਤੇ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਆ ਲੋਭ। ਲੋਭ ਤਾਂ ਸਾਧ ਸੰਗਤ ਜੀ ਹੋਣਾ ਹੀ ਕੀ ਹੈ, ਜਦੋਂ ਪਿੱਛੇ ਦੱਸ ਆਏ ਆ ਕਿ ਉਹ ਸੋਨੇ ਤੇ ਲੋਹੇ ਨੂੰ ਸਮਾਨ ਸਮਝਦੇ ਆ, ਤੇ ਫਿਰ ਉਹਨਾਂ ਵਿੱਚ ਲੋਭ ਵੀ ਨਹੀਂ ਹੁੰਦਾ, ਨਾ ਪਦਾਰਥਾਂ ਦਾ ਲੋਭ ਰਹਿ ਜਾਂਦਾ ਹੈ ਤੇ ਕਿਸੇ ਪ੍ਰਕਾਰ ਨਾ ਸਾਧ ਸੰਗਤ ਜੀ ਉਹਨਾਂ ਨੂੰ ਮਾਇਆ ਦੇ ਜੋੜਨ ਦਾ ਹੀ ਕੋਈ ਲਾਲਚ ਰਹਿ ਜਾਂਦਾ ਹੈ। ਇਸ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਨੇ ਚੌਥੇ ਨੰਬਰ ਤੇ ਕਹਿੰਦੇ ਹਨ ਮੋਹ। ਸਰੀਰਾਂ ਦਾ ਜਿਹੜਾ ਮੋਹ ਹੈ ਨਾ ਉਹ ਵੀ ਉਹਨਾਂ ਨੇ ਵਿਵਰਜਿਤ ਕਰ ਦਿੱਤਾ, ਭਾਵ ਰੋਕ ਦਿੱਤਾ, ਤਿਆਗ ਦਿੱਤਾ ਹੈ। ਹਰ ਪਦ ਚੀਨੈ ਸੋਈ, ਉਹੋ ਹੀ ਸਾਧ ਸੰਗਤ ਜੀ ਹਰ ਪਦ, ਵਾਹਿਗੁਰੂ ਦੀ ਪ੍ਰਾਪਤੀ ਵਾਲੀ ਪਦਵੀ ਉਹਨੂੰ ਸਾਧ ਸੰਗਤ ਜੀ ਚੀਨ ਸਕਦਾ, ਭਾਵ ਜਾਣ ਸਕਦਾ ਹੈ। ਉਥੇ ਉਹ ਕਿਸੇ ਨੂੰ ਵੀ ਪਹੁੰਚਾ ਵੀ ਸਕਦਾ। ਜਿਹੜਾ ਆਪ ਚੀਨਦਾ ਨਾ, ਆਪ ਚੀਨ ਲਿਆ ਜਿਹਨੇ, ਭਾਵ ਜਾਣ ਲਿਆ। ਇਸ ਪਦਵੀ ਤੇ ਸਾਧ ਸੰਗਤ ਜੀ ਪਹੁੰਚਿਆ ਹੋਇਆ ਮਹਾਪੁਰਸ਼ ਹੋਰ ਵੀ ਕਿਸੇ ਨੂੰ ਜਨਾਉਣ ਦਾ ਅਧਿਕਾਰੀ ਹੁੰਦਾ ਹੈ, ਉਹਦੇ ਕੋਲ ਸਮਰੱਥਾ ਹੁੰਦੀ ਹੈ। ਹੋਰ ਕਿਸੇ ਨੂੰ ਵੀ ਇਹ ਅਵਸਥਾ ਉਹ ਜਨਾਉਣ ਦੀ ਸ਼ਕਤੀ ਰੱਖਦੇ ਹੁੰਦੇ ਹੈ। ਹਰ ਪਦ ਚੀਨੈ ਸੋਈ, ਉਹ ਹਰੀ ਦੀ ਪ੍ਰਾਪਤੀ ਦੀ ਪਦਵੀ ਨੂੰ, ਵੱਡੇ ਉੱਚੇ ਮਰਾਤਬੇ ਨੂੰ ਸਾਧ ਸੰਗਤ ਜੀ ਜਾਣ ਸਕਦੇ ਆ, ਪਾ ਸਕਦੇ ਆ। ਤੋ ਇਸ ਪ੍ਰਕਾਰ ਕਬੀਰ ਸਾਹਿਬ ਜੀ ਕਹਿੰਦੇ ਭਾਈ ਜੇ ਉਸ ਪਦਵੀ ਨੂੰ ਪ੍ਰਾਪਤ ਕਰਨਾ ਹੈ ਤੇ ਫਿਰ ਇਹ ਸ਼ੁਭ ਗੁਣ ਜਿਹੜੇ ਆ ਉਹ ਧਾਰਨ ਕਰਨੇ ਪੈਣੇ ਆ, ਤੇ ਇਹ ਵਾਲੇ ਜਿਹੜੇ ਔਗਣ ਆ ਉਹਨਾਂ ਦਾ ਤਿਆਗ ਕਰਨਾ ਪਵੇਗਾ। ਜਿਹਦੇ ਕੋਲ ਇਹ ਔਗਣ ਹਨ ਉਹ ਹਰੀ ਦੀ ਪਦਵੀ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਨਹੀਂ ਹੋਇਆ, ਵਾਹਿਗੁਰੂ ਦੇ ਨਾਮ ਦੇ ਸੁੱਖ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਨਹੀਂ ਬਣਿਆ। ਤੇ ਕਬੀਰ ਸਾਹਿਬ ਜੀ ਨੇ ਗੁਣ ਕੇ ਦੱਸੇ ਆ ਸਾਰੇ, ਤੇ ਔਗਣ ਦੱਸੇ ਆ ਕਿ ਕਿਹਨਾਂ ਦਾ ਉਹ ਤਿਆਗ ਕਰਦੇ ਆ, ਵਿਵਰਜਿਤ ਕਰ ਦਿੰਦੇ ਆ, ਰੋਕ ਦਿੰਦੇ ਆ ਆਪਣੇ ਚਿੱਤ ਦੇ ਅੰਦਰੋਂ, ਖਿਆਲ ਮਾਤਰ ਨਹੀਂ ਆਉਣ ਦਿੰਦੇ। ਕਹਿੰਦੇ ਭਾਈ ਉਹੋ ਹੀ ਮੇਰੇ ਵਾਹਿਗੁਰੂ ਦੇ ਪਿਆਰ ਦੀ ਪਦਵੀ ਨੂੰ, ਪਰਮੇਸ਼ਰ ਦੀ ਸਾਖਿਆਤਾ ਨੂੰ ਜਾਣ ਸਕਦੇ ਆ। ਵਿਸ਼ਰਾਮ ਦੇ ਕੇ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਰਜ ਗੁਣ ਤਮ ਗੁਣ ਸਤ ਗੁਣ ਕਹੀਆ। ਕਹਿੰਦੇ ਭਾਈ ਜੋ ਰਜੋ ਗੁਣ ਤੋ ਤਮੋ ਗੁਣ ਤੇ ਸਤੋ ਗੁਣ, ਇਹ ਮਾਇਆ ਦੇ ਤਿੰਨ ਗੁਣ ਜਿਹੜੇ ਕਹੇ ਜਾਂਦੇ ਆ। ਰਜੋ ਗੁਣ ਪ੍ਰਧਾਨ ਦੇਵਤਾ ਹਨ ਬ੍ਰਹਮਾ ਜੀ, ਅਤੇ ਫਿਰ ਸਾਧ ਸੰਗਤ ਜੀ ਤਮੋ ਗੁਣੀ ਪ੍ਰਧਾਨ ਦੇਵਤਾ ਹੈ ਸ਼ਿਵ ਜੀ, ਅਤੇ ਸਤੋ ਗੁਣੀ ਪ੍ਰਧਾਨ ਦੇਵਤਾ ਵਿਸ਼ਨੂੰ। ਇਹ ਤਿੰਨਾਂ ਗੁਣਾਂ ਦੇ ਅੰਦਰ ਪ੍ਰਧਾਨ ਹਨ। ਤਮੋ ਗੁਣ ਵਿੱਚ ਸ਼ਿਵ ਜੀ ਹੈ, ਰਜੋ ਗੁਣ ਵਿੱਚ ਬ੍ਰਹਮਾ ਜੀ ਹਨ, ਅਤੇ ਸਤੋ ਗੁਣ ਵਿੱਚ ਵਿਸ਼ਨੂੰ ਜੀ ਹਨ। ਇਸ ਪ੍ਰਕਾਰ ਇਹ ਸਾਧ ਸੰਗਤ ਜੀ ਅਧਿਆਤਮਕ ਅੰਤਰੀਵ ਵਿਚਾਰ ਜਿਹੜੀ ਹੈ ਨਾ, ਜੇ ਤੁਸੀਂ ਇਧਰ ਉਧਰ ਨੂੰ ਤੱਕੋ ਤੇ ਸਰੋਤਾ ਹੀ ਨਾ ਟਿਕਿਆ ਹੋਵੇ ਤੇ ਫਿਰ ਇਹਦੀ ਇਕਾਗਰਤਾ ਤੋਂ ਬਿਨਾਂ ਤੁਹਾਨੂੰ ਕੁਝ ਨਹੀਂ ਸਮਝ ਲੱਗੇਗੀ। ਫਿਰ ਤੁਹਾਡਾ ਜੀ ਕਰਨਾ ਉੱਠ ਚੱਲੀਏ, ਕਿਉਂਕਿ ਸਾਖੀ ਸੁਣਨ ਨਾਲ ਤਾਂ ਇਧਰ ਉਧਰ ਧਿਆਨ ਖੜੀਏ ਤੇ ਫਿਰ ਵੀ ਪਤਾ ਹੁੰਦਾ ਪਿੱਛੋਂ ਆਹ ਗੱਲ ਚੱਲ ਰਹੀ ਸੀ ਤੇ ਅੱਗੇ ਇਧਰ ਨੂੰ ਜਾਊਗੀ। ਪਰ ਇਹ ਕਥਾ ਹੈ ਬ੍ਰਹਮ ਦੀ ਵਿਚਾਰ ਦੀ, ਇਹ ਕਥਾ ਹੈ ਆਪਣੇ ਮਨ ਨੂੰ ਕਾਬੂ ਕਰਨ ਦੀ, ਇਹ ਕਥਾ ਪਰਮੇਸ਼ਰ ਨੂੰ ਮਿਲਣ ਦਾ ਰਾਹ ਦੱਸਣ ਵਾਲੀ। ਤੇ ਜੇ ਤੁਸੀਂ ਆਪਣੀ ਆਤਮਾ ਦੀ ਵਿਚਾਰ ਨੂੰ ਸੁਣਨਾ ਤੇ ਆਪਣੇ ਅੰਦਰ ਨੂੰ ਤਾਂ ਵੇਖੋ, ਆਪਾਂ ਜੁੜੀਏ ਤਾਂ ਸਹੀ। ਜੇ ਆਪਾਂ ਜੁੜਾਂਗੇ ਨਹੀਂ, ਨੇਤਰ ਥਾਂ ਥਾਂ ਤੇ ਫਿਰ ਰਹੇ ਆ, ਖਿਆਲ ਵੀ ਨਾਲ ਨਾਲ ਥਾਂ ਥਾਂ ਤੇ ਫਿਰਦੇ ਆ। ਤੇ ਜੇ ਤੁਹਾਡਾ ਖਿਆਲ ਹੀ ਇਕੱਠਾ ਨਹੀਂ ਹੋਇਆ ਤੇ ਗੁਰੂ ਮਹਾਰਾਜ ਜੀ ਦਾ ਉਪਦੇਸ਼ ਨਹੀਂ ਸਮਝ ਲੱਗੇਗਾ। ਫਿਰ ਤਾਂ ਇੱਥੋਂ ਉੱਠਦਿਆਂ ਸਾਰ ਹੀ ਭੁੱਲ ਜਾਾਂਗੇ ਸਭ ਕੁਝ। ਹਜੂਰ ਦੇ ਪਵਿੱਤਰ ਸਥਾਨਾਂ ਤੇ ਜਿੱਥੇ ਪੇਟ ਦੀ ਤ੍ਰਿਪਤੀ ਵਾਸਤੇ ਭੋਜਨ ਦਾ ਲੰਗਰ ਚੱਲਦਾ ਹੈ, ਉੱਥੇ ਆਤਮਾ ਦੀ ਤ੍ਰਿਪਤੀ ਵਾਸਤੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ
ਇਹ ਸਾਧ ਸੰਗਤ ਜੀ ਸਦਾ ਵਰਤ ਲੱਗਾ ਹੋਇਆ, ਲੰਗਰ ਲੱਗਾ ਹੋਇਆ ਸੱਚੇ ਪਾਤਸ਼ਾਹ ਦੇ ਘਰ। ਤੇ ਜੇ ਹੁਣ ਤੁਸੀਂ ਲੰਗਰ ਵਿੱਚ ਜਾ ਕੇ ਬਹਿ ਕੇ ਪੰਗਤ ਵਿੱਚ ਛਕੋਗੇ ਹੀ ਨਾ ਤੇ ਕਿਵੇਂ ਪੇਟ ਭਰੂਗਾ? ਨਹੀਂ ਭਰ ਸਕਦਾ ਨਾ। ਲੰਗਰ ਵਿੱਚ ਜਾਓਗੇ, ਬੈਠੋਗੇ, ਥਾਲ ਮਿਲੇਗੀ, ਬੈਠਿਆਂ ਲੰਗਰ ਵਾਲੇ ਲਾਂਗਰੀ ਵਰਤਾਉਣਗੇ, ਫਿਰ ਤੁਸੀਂ ਛਕੋਗੇ, ਤ੍ਰਿਪਤੀ ਹੋ ਜਾਏਗੀ। ਤੇ ਤੁਸੀਂ ਲੰਗਰ ਵਿੱਚ ਜਾ ਕੇ ਬਹਿ ਜਾਵੋ, ਥਾਲੀ ਵੀ ਨਾ ਲਵੋ ਤੇ ਭੋਜਨ ਪਦਾਰਥ ਵੀ ਨਾ ਪ੍ਰਾਪਤ ਹੋਵੇ, ਤੇ ਉਸ ਤਰ੍ਹਾਂ ਹੀ ਖਾਲੀ ਉੱਠ ਕਰਕੇ ਆ ਜਾਓ ਤੇ ਬਾਹਰ ਆ ਕੇ ਕਹਿ ਸਕੋਗੇ ਲੈ ਵੀ ਪੇਟ ਰੱਜ ਗਿਆ? ਨਹੀਂ ਕਹਿ ਸਕੋਗੇ। ਉਸ ਤਰ੍ਹਾਂ ਦੇ ਭੁੱਖੇ ਹੀ ਉੱਠ ਕੇ ਆ ਜਾਓਗੇ। ਤੁਸੀਂ ਤਾਂ ਹੀ ਕਹਿ ਸਕਦੇ ਆ ਕਿ ਜੇ ਪ੍ਰਸ਼ਾਦਾ ਛਕਿਆ, ਫਿਰ ਹੀ ਕਹਿ ਸਕਦੇ ਆ ਬਾਹਰ ਆ ਕੇ ਭਾਈ ਤ੍ਰਿਪਤੀ ਹੋ ਗਈ, ਆਨੰਦ ਆ ਗਿਆ, ਭੋਜਨ ਛਕ ਲਿਆ। ਤੇ ਜੇ ਸਤ ਸੰਗਤ ਵਿੱਚ ਆ ਕਰਕੇ ਤੁਸੀਂ ਜਿਹੋ ਜੇ ਆਏ ਉਹੋ ਜੇ ਉੱਠ ਕੇ ਚਲੇ ਜਾਓਗੇ, ਭਾਵ ਗੁਰੂ ਕੇ ਸ਼ਬਦ ਦਾ ਪ੍ਰਸ਼ਾਦ ਨਹੀਂ ਪ੍ਰਾਪਤ ਕਰੋਗੇ, ਮਨ ਨੂੰ ਇਕਾਗਰ ਨਹੀਂ ਕਰੋਗੇ, ਫੁਰਨਿਆਂ ਨੂੰ ਰੋਕੋਗੇ ਨਹੀਂ, ਚਿੱਤ ਦੇ ਖਿਆਲ ਪਿੱਛੇ ਨੂੰ ਦੌੜਦੇ ਆ ਕਿ ਪਹਿਲੋਂ ਕੀ ਹੋਇਆ ਸੀ, ਕੱਲ ਕਿੱਥੇ ਸਾਂ, ਪਰਸੋਂ ਕਿੱਥੇ ਸੀ, ਪਿਛਲੀਆਂ ਸਾਲਾਂ ਵਿੱਚ ਚਿੱਤ ਚਲਿਆ ਜਾਂਦਾ ਹੈ। ਇਹ ਤਾਂ ਇਹਨੂੰ ਰੋਕਣਾ ਕਿਹੜਾ ਸੌਖਾ ਹੈ, ਖਬਰੇ ਕਦੋਂ ਕਿੱਧਰ ਨੂੰ ਚਲਿਆ ਜਾਵੇ। ਤਾਂ ਗੁਰੂ ਜੀ ਦੇ ਸ਼ਬਦ ਵਿੱਚ ਰੋਕਣਾ ਚਾਹੀਦਾ। ਜਦੋਂ ਤੁਸੀਂ ਆਪਣੀ ਬਿਰਤੀ ਨੂੰ ਸ਼ਬਦ ਵਿੱਚ ਰੋਕੋਗੇ, ਜਾਣੋ ਉਦੋਂ ਤੁਹਾਨੂੰ ਥਾਲੀ ਪ੍ਰਾਪਤ ਹੋ ਜਾਣੀ ਹੈ। ਤੇ ਫਿਰ ਗੁਰੂ ਜੀ ਦੇ ਸ਼ਬਦ ਦਾ ਪਦਾਰਥ ਹੈ। ਜਦੋਂ ਸ਼ਬਦ ਆ ਕਰਕੇ ਬਿਰਤੀ ਦੇ ਅੰਦਰ ਵਸੇਗਾ, ਇਹ ਸਮਝੋ ਕਿ ਪ੍ਰਸ਼ਾਦਾ ਆ ਗਿਆ ਥਾਲੀ ਵਿੱਚ, ਹੋਰ ਪਦਾਰਥ ਆ ਗਏ ਬਣੇ ਹੋਏ। ਤੇ ਫਿਰ ਉਹਨੂੰ ਪ੍ਰੀਤ ਰੂਪੀ ਰਸਨਾ ਨਾਲ ਛਕੋ। ਜਦੋਂ ਛਕੋਗੇ ਜ਼ਰੂਰ ਆਤਮਕ ਤ੍ਰਿਪਤੀ ਹੋਊਗੀ, ਜ਼ਰੂਰ ਠੰਡ ਪਊਗੀ ਮਨ ਦੇ ਅੰਦਰ, ਕਦੇ ਹੋ ਨਹੀਂ ਸਕਦਾ। ਤਾਂ ਜੇ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣੀਏ ਹੀ ਨਾ, ਫਿਰ ਆਪਾਂ ਅਧਿਕਾਰੀ ਨਹੀਂ ਬਣਦੇ। ਸੋ ਇਸ ਕਰਕੇ ਇਕਾਗਰਤਾ ਰੱਖਣੀ ਆਪ ਜੀ ਨੇ ਬਹੁਤ ਜ਼ਰੂਰੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਬੀਰ ਸਾਹਿਬ ਦੀ ਰਸਨਾ ਤੋਂ ਫਰਮਾਉਂਦੇ ਹਨ ਕਿ ਇਹ ਮਾਇਆ ਦੇ ਜਿਹੜੇ 3 ਗੁਣ ਹਨ ਸਾਧ ਸੰਗਤ ਜੀ, ਜੀਵ ਜਿਹੜਾ ਰਜੋਗੁਣੀ ਕਰਕੇ ਕੀ ਹੈ ਕਿ ਪਦਾਰਥਾਂ ਦੇ ਇਕੱਠਿਆਂ ਕਰਨ ਦੀ ਇੱਛਾ ਰੱਖਦਾ ਹੁੰਦਾ ਹੈ ਕਿ ਬਹੁਤ ਜ਼ਿਆਦਾ ਮੈਂ ਅਮੀਰ ਹੋਵਾਂ, ਚੰਗੀ ਮੇਰੀ ਸੋਭਾ ਵਡਿਆਈ ਹੋਵੇ, ਰਜੋਗੁਣ ਪ੍ਰਧਾਨ ਹੁੰਦਾ ਹੈ। ਤਮੋ ਗੁਣ ਕਰਕੇ ਕੀ ਹੈ, ਜੀਵ ਕ੍ਰੋਧੀ ਹੋਇਆ ਰਹਿੰਦਾ ਹੈ, ਬੜਾ ਮਨ ਦੇ ਅੰਦਰ ਜਿਹੜਾ ਹੈ ਉਹ ਤਾ ਚੜਿਆ ਰਹਿੰਦਾ ਗੁੱਸੇ ਦੇ ਸਹਿਤ। ਤੇ ਸਤੋ ਗੁਣ ਕੀ ਹੈ, ਸ਼ਾਂਤ ਪ੍ਰਧਾਨ ਹੁੰਦਾ ਹੈ, ਪਰ ਫਿਰ ਵੀ ਚਿੱਤ ਦੇ ਅੰਦਰ ਸਤਿਕਾਰ ਦੀ ਇੱਛਾ ਹੁੰਦੀ ਹੈ ਕਿ ਮੇਰੀ ਕੋਈ ਵਡਿਆਈ ਤੇ ਸਤਿਕਾਰ ਕਰੇ। ਇਹ ਜਿਹੜੇ ਮਾਇਆ ਦੇ 3 ਗੁਣ ਹਨ, ਕਬੀਰ ਸਾਹਿਬ ਜੀ ਦੱਸਦੇ ਹਨ, ਇਹ ਤੇਰੀ ਸਭ ਮਾਇਆ। ਮਹਾਰਾਜ ਇਹ ਤੇਰੀ ਸਭ ਮਾਇਆ ਹੀ ਹੈ। ਇਹ ਤੈਂ ਹੀ ਪੈਦਾ ਕੀਤੇ ਹੋਇਆ ਤੇ ਮਾਇਆ ਵਰਤਾਈ ਹੋਈ ਹੈ ਜੀਵਾਂ ਦੇ ਅੰਦਰ। ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਮਹਾਰਾਜ ਤੇਰੀ ਸਾਰੀ ਮਾਇਆ ਹੀ ਹੈ, ਇਹ ਖੇਡ ਹੀ ਖਿਲਾਰੀ ਹੋਈ ਹੈ ਤੂੰ। ਤੇ ਜੀਵ 3 ਗੁਣਾਂ ਤੋਂ ਬਾਹਰ ਨਹੀਂ ਆਉਂਦੇ। 3 ਗੁਣਾਂ ਤੋਂ ਜੋ ਬਾਹਰ ਆਉਂਦਾ ਹੈ ਨਾ, ਉਹ ਹੈ ਜਿਹੜਾ ਪਿਛਲੇ ਸਾਰੇ ਗੁਣਾਂ ਨੂੰ ਪੂਰੀਆਂ ਕਰਦਾ ਤੇ ਔਗੁਣਾਂ ਦਾ ਤਿਆਗ ਕਰਦਾ। ਉਹ 3 ਗੁਣਾਂ ਤੋਂ ਬਾਹਰ ਆ ਜਾਂਦਾ, ਜਿਹਦੀ ਬਾਬਤ ਕਬੀਰ ਸਾਹਿਬ ਜੀ ਅਗਲੀ ਪੰਕਤੀ ਵਿੱਚ ਦੱਸਦੇ ਆ, ਚੌਥੇ ਪਦ ਕੋ ਜੋ ਨਰ ਚੀਨਾ। ਜਿਹੜਾ ਨਰ ਮਨੁੱਖ, ਜਿਹੜਾ ਜੀਵ ਚੌਥੇ ਪਦ ਨੂੰ, ਚੌਥਾ ਪਦ ਕੀ ਹੈ, ਮਾਇਆ ਦੇ 3 ਗੁਣਾਂ ਤੋਂ ਬਾਹਰ ਆ ਜਾਂਦਾ, ਉਹਨੂੰ ਚੌਥਾ ਪਦ ਕਹਿੰਦੇ ਆ, ਤੁਰਿਆ ਪਦ। ਤੁਰਿਆ ਅਵਸਥਾ ਵਿੱਚ ਸਾਧ ਸੰਗਤ ਜੀ ਜਿਹੜਾ ਆ ਜਾਂਦਾ ਹੈ ਨਾ, ਜੋ ਇਸ ਪ੍ਰਕਾਰ ਦੁਆਰਾ ਪੜੋ, ਚੌਥੇ ਪਦ ਕੋ ਜੋ ਨਰ ਚੀਨਾ। ਜਿਹੜਾ ਮਨੁੱਖ, ਜਿਹੜਾ ਪ੍ਰਾਣੀ, ਜਿਹੜਾ ਜੀਵ, ਜਿਹੜਾ ਮਹਾਪੁਰਸ਼ ਚੌਥੇ ਪਦ ਨੂੰ ਚੀਨ ਲੈਂਦਾ, ਜਾਣ ਲੈਂਦਾ, ਤੁਰਿਆ ਪਦ ਨੂੰ। ਸਾਡਾ ਜਿਹੜਾ ਸਾਧ ਸੰਗਤ ਜੀ ਇਹ ਜੀਵ ਆਤਮਾ ਹੈ ਨਾ, ਉਹ 3 ਅਵਸਥਾਵਾਂ ਵਿੱਚ ਰਹਿੰਦਾ ਹੈ। ਉਹ ਮਾਇਆ ਦੇ 3 ਗੁਣ ਵੀ ਨੇ ਅਤੇ ਸਾਡੇ ਸਰੀਰ ਦੇ ਉੱਤੇ ਆਉਂਦੀਆਂ 3 ਅਵਸਥਾਵਾਂ ਵੀ ਹਨ, ਜਾਗਰਤ ਅਵਸਥਾ, ਸੁਪਨ ਅਵਸਥਾ ਤੇ ਸੁਖੋਪਤ ਅਵਸਥਾ। ਮਾਇਆ ਦੇ 3 ਗੁਣ ਹੀ ਜੀਵ ਦੇ ਅੰਦਰ ਹੁੰਦੇ ਆ। ਇਹ ਵੱਖਰੀ ਗੱਲ ਹੈ ਕਿ ਕਿਸੇ ਵਿੱਚ ਕੋਈ ਵੱਧ ਹੁੰਦਾ ਹੈ, ਕਿਸੇ ਵਿੱਚ ਕੋਈ ਘੱਟ ਹੁੰਦਾ ਹੈ। ਕਿਸੇ ਵਿੱਚ ਰਜੋਗੁਣ ਤੇ ਸਤੋਗੁਣ ਘੱਟ ਹੁੰਦੇ ਆ, ਤਮੋ ਗੁਣ ਜ਼ਿਆਦਾ ਹੁੰਦਾ ਹੈ। ਤੇ ਉਹਦਾ ਸੁਭਾਵ, ਉਹਦੇ ਕੱਪੜੇ ਪਾਉਣ ਦਾ ਢੰਗ, ਉਹਦੇ ਬੋਲਣ ਦਾ ਤਰੀਕਾ, ਉਹਦਾ ਰਹਿਣ ਸਹਿਣ ਬਿਲਕੁਲ ਰਜੋਗੁਣੀ ਨਾਲੋਂ ਤੇ ਸਤੋਗੁਣੀ ਨਾਲੋਂ ਵੱਖਰਾ ਹੋਊਗਾ।
ਤੇ ਜਿਹਦੇ ਅੰਦਰ ਰਜੋਗੁਣ ਪ੍ਰਧਾਨ ਹੈ, ਤਮੋ ਤੇ ਸਤੋਗੁਣ ਠੰਡੇ ਹੈ, ਉਹਦੇ ਸਾਧ ਸੰਗਤ ਜੀ ਰਹਿਣ ਸਹਿਣ ਤੇ ਜਿਹੜਾ ਹੈ ਸੁਭਾਅ, ਬੋਲਣ ਦਾ ਤਰੀਕਾ, ਉਹ ਫਿਰ ਤਮੋ ਗੁਣੀ ਨਾਲੋਂ ਬਿਲਕੁਲ ਵੱਖਰਾ ਹੋਊਗਾ। ਜਿਹਦੇ ਅੰਦਰ ਸਤੋਗੁਣ ਪ੍ਰਧਾਨ ਹੈ, ਉਹਦਾ ਇਹਨਾਂ ਦੋਹਾਂ ਨਾਲੋਂ ਵੱਖਰਾ ਹੋਊਗਾ। ਤਿੰਨੇ ਹੀ ਇਹ ਆਪਸ ਵਿੱਚ ਰਲਦੀਆਂ ਨਹੀਂ, ਮੇਲ ਨਹੀਂ ਖਾਂਦੀਆਂ, ਪਰ ਉਹ ਤਿੰਨਾਂ ਦਾ ਹੀ ਸਾਖੀ ਹੈ ਆਪ, ਜਿਹੜਾ ਪਰਮੇਸ਼ਰ ਹੈ ਨਾ ਵਾਹਿਗੁਰੂ। ਤੋ ਇਹ ਵਿਦਾਂਤ ਕਬੀਰ ਸਾਹਿਬ ਜੀ ਇੱਥੇ ਕਥਨ ਕਰਦੇ ਆ, ਉਹ ਤਿੰਨਾਂ ਦਾ ਹੀ ਸਾਖੀ ਹੈ। ਫਿਰ ਸਾਡੇ ਸਰੀਰ ਤੇ ਆਉਂਦੀਆਂ ਅਵਸਥਾਵਾਂ ਦਾ ਵੀ ਉਹ ਤਿੰਨਾਂ ਦਾ ਹੀ ਸਾਖੀ ਹੈ, ਜਾਗਰਤ, ਸੁਪਨ ਤੇ ਸੁਖੋਪਤ। ਜਦੋਂ ਜੀਵ ਸੌਂਦਾ ਹੈ ਨਾ, ਸੁਖੋਪਤ ਅਵਸਥਾ ਵਿੱਚ ਚਲਿਆ ਜਾਵੇ ਤੇ ਉੱਠ ਕੇ ਕਈ ਵਾਰੀ ਕਹਿੰਦਾ ਹੈ ਕਿ ਅੱਜ ਇੰਨੀ ਗਾੜੀ ਨੀਂਦ ਆਈ, ਮੈਨੂੰ ਸੁਪਨਾ ਹੀ ਕੋਈ ਨਹੀਂ ਆਇਆ। ਉਹ ਕਿਹੜੀ ਚੀਜ਼ ਤੈਨੂੰ ਦੱਸ ਰਹੀ ਹੈ, ਉਦੋਂ ਤੈਨੂੰ ਸੁਪਨਾ ਨਹੀਂ ਆਇਆ। ਉਹ ਚੇਤਨ ਸੱਤਾ ਜਾਗਦੀ ਹੈ ਹਰ ਵੇਲੇ ਤੇਰੇ ਅੰਦਰ। ਉਹ ਤੇਰੀ ਸੁਖੋਪਤ ਅਵਸਥਾ ਦਾ ਵੀ ਅਭਿਮਾਨੀ ਹੈ, ਉਹ ਤੇਰੀ ਜਾਗਰਤ ਅਵਸਥਾ ਦਾ ਵੀ ਅਭਿਮਾਨੀ ਹੈ, ਤੇ ਉਹ ਤੇਰੀ ਸੁਪਨ ਅਵਸਥਾ ਦਾ ਵੀ ਅਭਿਮਾਨੀ ਹੈ। ਤੇ ਜੇ ਆਪਾਂ ਤਿੰਨਾਂ ਅਵਸਥਾਵਾਂ ਨੂੰ ਵੇਖੀਏ ਤੇ ਫਿਰ ਸਾਧ ਸੰਗਤ ਜੀ ਦੇਖੋ, ਜਦੋਂ ਜੀਵ ਜਾਗਰਤ ਅਵਸਥਾ ਵਿੱਚ ਹੁੰਦਾ ਹੈ ਨਾ, ਉਦੋਂ ਸੁਪਨ ਤੇ ਸੁਖੋਪਤ ਨਹੀਂ ਹੁੰਦੀ, ਤੇ ਜਦੋਂ ਸੁਪਨ ਅਵਸਥਾ ਵਿੱਚ ਹੁੰਦਾ ਉਦੋਂ ਸੁਖੋਪਤ ਤੇ ਜਾਗਰਤ ਨਹੀਂ ਹੁੰਦੀ। ਜਦੋਂ ਸੁਖੋਪਤ ਅਵਸਥਾ ਵਿੱਚ ਚਲੇ ਜਾਂਦਾ ਉਦੋਂ ਸੁਪਨ ਤੇ ਜਾਗਰਤ ਨਹੀਂ ਹੁੰਦੀ। ਇਹ ਤਿੰਨੇ ਅਵਸਥਾ ਆਪਸ ਦੇ ਵਿੱਚ ਵਿਪਰਜੇ ਹਨ। ਜਦੋਂ ਇੱਕ ਹੁੰਦੀ ਹੈ ਉਦੋਂ ਦੂਜੀਆਂ ਦੋਵੇਂ ਨਹੀਂ ਹੁੰਦੀਆਂ। ਤੇ ਪਰ ਇਹਨਾਂ ਦਾ ਬਦਲਾਵ ਆਉਂਦੀਆਂ ਤਿੰਨੇ ਹੀ ਨੇ ਸਰੀਰ ਦੇ ਉੱਪਰ। ਜਿਹੜਾ ਚੇਤਨ ਸੱਤਾ ਦੇ ਰੂਪ ਵਿੱਚ ਇਹਨਾਂ ਤਿੰਨਾਂ ਦੇ ਰੂਪ ਵਿੱਚ ਸਮਾਇਆ ਹੋਇਆ, ਤੇ ਇਹਨਾਂ ਤਿੰਨਾਂ ਦੇ ਬਦਲਣੇ ਕਰਕੇ ਵੀ ਉਹ ਬਦਲਦਾ ਨਹੀਂ। ਸਾਡੇ ਅੰਦਰ ਰਜੋਗੁਣ ਬਦਲ ਜੂਗਾ, ਤਮੋ ਗੁਣ ਆ ਜਾਊਗਾ, ਤਮੋ ਬਦਲ ਜੂ, ਸਤੋ ਆ ਜਾਊਗਾ, ਪਰ ਉਹ ਸੱਤਾ ਨਹੀਂ ਬਦਲਦੀ ਸਾਡੇ ਅੰਦਰ। ਉਹ ਤਿੰਨਾਂ ਦਾ ਹੀ ਅਭਿਮਾਨੀ ਹੈ, ਤਿੰਨਾਂ ਵਿੱਚ ਹੀ ਸਾਖੀ ਹੈ, ਹਰ ਵੇਲੇ ਜਾਗਦੀ ਜੋਤ ਹੈ। ਜਦੋਂ ਜੀਵ ਜਾਗਦਾ ਹੁੰਦਾ ਹੈ ਨਾ, ਉਦੋਂ ਕਹਿੰਦੇ ਆ ਕਿ ਸਾਡੇ ਅੰਦਰ ਉਹ ਸੱਤਾ ਨੇਤਰਾਂ ਵਿੱਚ ਰਹਿੰਦੀ ਹੈ। ਜਦੋਂ ਜੀਵ ਸੁਪਨ ਵਾਹਿਗੁਰੂ ਨੀਂਦਰ ਦੀ ਅਵਸਥਾ ਵਿੱਚ ਚਲਿਆ ਜਾਂਦਾ ਹੈ, ਉਦੋਂ ਸੁਖੋਪਤ ਅਵਸਥਾ ਵਿੱਚ ਜਾਂਦਿਆਂ ਹੋਇਆਂ ਸਾਧ ਸੰਗਤ ਜੀ ਕੀ ਹੈ, ਕੰਠ ਵਿੱਚ ਆ ਜਾਂਦੀ ਹੈ। ਇਸ ਪ੍ਰਕਾਰ ਇਹ ਆਪਣੇ ਸਰੀਰ ਦੇ ਅੰਦਰ ਜਗਾਵਾਂ ਨੂੰ, ਥਾਵਾਂ ਨੂੰ, ਉਹ ਜਿਹੜੀ ਹੈ ਸੱਤਾ ਬਦਲਦੀ ਹੈ, ਪਰ ਰਹਿੰਦੀ ਹੈ ਹਰ ਵੇਲੇ, ਉੱਥੇ ਹਰ ਵੇਲੇ ਸਮਾਈ ਰਹਿੰਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਉਹ ਚੌਥਾ ਪਦ ਹੈ ਭਾਈ, ਜਿਹੜਾ ਉਹਨੂੰ ਜਾਣ ਲੈਂਦਾ ਉਹਨੂੰ ਤੁਰਿਆ ਪਦ ਕਹਿੰਦੇ ਆ। ਹੁਣ ਇਹ ਜਿਹੜਾ ਸਾਧ ਸੰਗਤ ਜੀ ਵਿਖਿਆਨ ਹੈ ਨਾ, ਜਿੰਨਾ ਚਿਰ ਹੁਣ ਆਪਾਂ ਸ਼ਹਿਰ ਕਿਸੇ ਜਾਣ ਦੀ ਚੇਸ਼ਟਾ ਹੀ ਨਹੀਂ ਕੀਤੀ ਤੇ ਉਹਦਾ ਰਾਹ ਕੀ ਪੁੱਛਣਾ। ਜਦੋਂ ਤੁਸੀਂ ਉਹਦੇ ਜਾਣ ਦੀ ਚੇਸ਼ਟਾ ਕਰੋਗੇ ਨਾ ਕਿ ਭਾਈ ਫਲਾਨਾ ਸ਼ਹਿਰ ਹੈ ਤੇ ਉੱਥੇ ਜਾਣਾ ਹੈ ਆਪਾਂ, ਫਿਰ ਤੁਸੀਂ ਰਾਹ ਪੁੱਛਣ ਲੱਗ ਪੈਣਾ ਵੀ ਰਾਹ ਕਿਹੜਾ ਜਾਂਦਾ ਹੈ। ਜਦੋਂ ਰਸਤਾ ਪੁੱਛਣ ਲੱਗੋਗੇ ਤੇ ਰਸਤਾ ਜਦੋਂ ਦੱਸਣ ਵਾਲਾ ਹੋਇਆ, ਫਿਰ ਤੁਸੀਂ ਧਿਆਨ ਨਾਲ ਸੁਣਨਾ ਕਿ ਹਾਂ ਭਾਈ ਜਾਣਾ ਹੈਗਾ, ਹੁਣ ਸੁਣੋ ਰਸਤਾ ਕਿਹੜਾ ਜਾਂਦਾ ਉਹ ਤਾਂ ਸੁਣੋ, ਫੇਰ ਹੀ ਜਾ ਸਕਾਂਗੇ ਨਾ। ਇਸ ਤਰ੍ਹਾਂ ਜਿਹਦੇ ਮਨ ਦੇ ਅੰਦਰ ਚੇਸ਼ਟਾ ਜਾਗਦੀ ਹੈ ਕਿ ਚੌਥਾ ਪਦ ਲੱਭਣਾ, ਉਹ ਬੇਗਮਪੁਰਾ ਲੱਭਣਾ। ਬੇਗਮਪੁਰਾ ਸ਼ਹਿਰ ਕੋ ਨਾਓ, ਦੋਖ ਅੰਦੋਖ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਨਾ ਮਾਲ। ਸਾਧ ਸੰਗਤ ਜੀ ਉੱਥੇ ਜਿਹਨੇ ਜਾਣਾ ਨਾ, ਉਹੋ ਹੀ ਰਾਹ ਪੁੱਛੂਗਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਉਹੋ ਹੀ ਸੁਣੂ ਆ ਕੇ। ਉਹਦੇ ਚਿੱਤ 'ਚ ਖਿਆਲ ਆਉਣਾ ਕਿ ਵਾਕਈ ਭਾਈ ਇਹ ਜਾਗਤ ਸੁਪਨ ਸੁਖੋਪਤ ਕੀ ਹੁੰਦੀ ਹੈ, ਵੇਖੀਏ ਤਾਂ ਸਹੀ। ਇਹ ਮੇਰੇ ਸਰੀਰ ਤੇ ਬਦਲਦੀਆਂ ਨੇ। ਸੁਪਨ ਅਵਸਥਾ ਵਿੱਚ ਮੈਂ ਕੀ ਕਰਦਾ ਹੁੰਨਾ, ਜਾਗਰਤ ਵਿੱਚ ਤਾਂ ਮੈਨੂੰ ਪਤਾ ਹੁੰਦਾ ਮੈਂ ਆ, ਸੁਖੋਪਤ ਵਿੱਚ ਤਾਂ ਮੈਨੂੰ ਆਪਣੇ ਆਪ ਦਾ ਵੀ ਪਤਾ ਨਹੀਂ ਰਹਿੰਦਾ, ਪਰ ਫਿਰ ਵੀ ਮੈਂ ਵਾਪਸ ਉੱਠ ਪੈਣਾ, ਸਰੀਰ 'ਚ ਆ ਜਾਣਾ, ਉਦੋਂ ਤਾਂ ਮੈਨੂੰ ਪਤਾ ਕੁਛ ਨਹੀਂ ਹੁੰਦਾ। ਤੇ ਜਾਗਰਤ ਸੋਚਦਾ ਹੈ ਕਿ ਮੈਂ ਸਭ ਕੁਝ ਕਰ ਸਕਦਾ ਹਾਂ, ਮੈਨੂੰ ਸਭ ਪਤਾ ਹੈ। ਸੁੱਤੇ ਪਿਓ ਚੀਜ਼ਾਂ ਕਿੱਥੇ ਚਲੀਆਂ ਜਾਂਦੀਆਂ। ਇਹ ਸਾਧ ਸੰਗਤ ਜੀ ਸਾਡੇ ਅੰਦਰ ਜਿਹੜੀ ਉਹ ਚੌਥਾ ਪਦ ਹੈ ਨਾ, ਪਰਮੇਸ਼ਰ ਦੀ ਬਖਸ਼ੀ ਹੋਈ ਤੁਰਿਆ ਪਦ, ਉਹ ਚੌਥਾ ਪਦ ਜਿਹੜਾ ਚੀਨ ਲੈਂਦਾ ਨਾ, ਜਾਣ ਲੈਂਦਾ, ਉਹਦੀਆਂ ਇਹ ਤਿੰਨੇ ਅਵਸਥਾਵਾਂ ਬਰਾਬਰ ਹੋ ਜਾਂਦੀਆਂ। ਉਹ ਤਿੰਨੇ ਅਵਸਥਾਵਾਂ ਵਿੱਚ ਜਾਣ ਲੈਂਦਾ ਪਰਮੇਸ਼ਰ ਨੂੰ। ਉਹ ਜਿਵੇਂ ਅਸੀਂ ਸੌਂ ਜਾਂਦੇ ਆ ਉਵੇਂ ਨਹੀਂ ਸੌਂਦੇ। ਜਿਵੇਂ ਸਾਨੂੰ ਸੁਪਨਾ ਆਉਂਦਾ, ਉਹਨਾਂ ਨੂੰ ਐਸੀ ਤਰ੍ਹਾਂ ਗਾਫਲਤਾਈ ਵਾਲੇ ਸੁਪਨੇ ਨਹੀਂ ਆਉਂਦੇ। ਜਿਵੇਂ ਅਸੀਂ ਸੁਖੋਪਤ ਅਵਸਥਾ ਵਿੱਚ ਚਲੇ ਗਏ, ਸਭ ਕੁਝ ਹੀ ਭੁੱਲ ਗਿਆ, ਗਾਫਲ ਹੋ ਗਏ, ਇਸ ਤਰ੍ਹਾਂ ਉਹ ਸੁਖੋਪਤ ਅਵਸਥਾ ਵਿੱਚ ਵੀ ਗਾਫਲ ਨਹੀਂ ਹੁੰਦੇ।
ਸਖੋਪਤ ਅਵਸਥਾ ਵਿੱਚ ਵੀ ਆਪਣੇ ਅਸਲ ਸਰੂਪ ਨੂੰ ਉਹ ਪਹਿਚਾਣਦੇ ਰਹਿੰਦੇ ਆ। ਤੇ ਜਿਸ ਕਰਕੇ ਮਹਾਰਾਜ ਨੇ ਇਹ ਸ਼ਬਦ ਕਹੇ ਆ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਉਹ ਭਾਈ ਪ੍ਰਮਾਣ ਹੁੰਦੇ ਆ, ਉਹਨਾਂ ਦਾ ਸੌਣਾ ਤੇ ਜਾਗਣਾ ਇੱਕ ਬਰਾਬਰ ਹੋ ਜਾਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਹਨ, ਚੌਥੇ ਪਦ ਕੋ ਜੋ ਨਰ ਚੀਨੈ। ਜਿਹੜਾ ਨਰ ਮਨੁੱਖ, ਜਿਹੜਾ ਮਹਾਪੁਰਸ਼ ਇਹ ਚੌਥੀ ਪਦਵੀ ਨੂੰ ਜਾਗਰਤ ਸੁਪਨਾ ਸੁਖੋਪਤ ਵਿੱਚੋਂ ਬਾਹਰ ਆ ਜਾਂਦਾ ਹੈ। ਰਜੋਗੁਣ ਤਮੋਗੁਣ ਸਤੋਗੁਣ ਤਿੰਨਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਬਾਹਰ ਆ ਜਾਂਦਾ ਹੈ। ਭਾਈ ਕੋਈ ਵਿਰਲਾ ਹੀ ਕਹਿੰਦੇ ਚੀਨਦਾ, ਵਿਰਲਾ ਹੀ ਇਸ ਗੱਲ ਨੂੰ ਜਾਣਦਾ ਹੈ। ਜਿਹੜਾ ਜਾਣ ਲੈਂਦਾ, ਕਬੀਰ ਸਾਹਿਬ ਜੀ ਦੱਸਦੇ ਹਨ, ਤਿਨਹੀ ਪਰਮ ਪਦ ਪਾਇਆ। ਭਾਈ ਉਸੇ ਨੇ ਹੀ ਪਰਮ ਪਦ ਵੱਡਾ ਮਰਾਤਬਾ ਪਾਇਆ ਪਰਮੇਸ਼ਰ ਦੀ ਅਭੇਦਤਾ ਦਾ। ਉਹਨੇ ਹੀ ਇਹ ਆਨੰਦ ਪਾਇਆ, ਉਹਨੇ ਹੀ ਇਹ ਸੁਖ ਪਾਇਆ ਤੁਰਿਆ ਅਵਸਥਾ ਦਾ। ਤੁਰਿਆ ਅਵਸਥਾ ਹੁੰਦੀ ਹੈ ਜਿਹੜੀ ਹੈ ਸਾਧ ਸੰਗਤ ਜੀ, ਜਿੱਥੇ ਜਾ ਕਰਕੇ ਪਾਪ ਤੇ ਪੁੰਨ ਨਹੀਂ ਰਹਿੰਦਾ। ਕਿਸੇ ਪ੍ਰਕਾਰ ਵੀ ਉਹਨਾਂ ਨੂੰ ਪਾਪ ਨਹੀਂ ਲੱਗਦਾ ਤੇ ਪੁੰਨ ਕਰਨ ਦਾ ਸੰਕਲਪ ਹੀ ਨਹੀਂ ਰਹਿੰਦਾ। ਫਿਰ ਵੀ ਉਹ ਪਰਉਪਕਾਰ ਕਰਦੇ ਆ। ਹਜੂਰ ਕਹਿੰਦੇ ਆ ਨਾ ਕਿ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ। ਉਹਨਾਂ ਨੂੰ ਪਰਉਪਕਾਰ ਦਾ ਫਿਰ ਵੀ ਉਮਾਹ ਰਹਿੰਦਾ ਹੈ, ਚਾਹ ਰਹਿੰਦਾ ਹੈ। ਪਰ ਕਿਸੇ ਪ੍ਰਕਾਰ ਵੀ ਉਹਨਾਂ ਨੂੰ ਸਰੀਰਕ ਦੁੱਖ ਅਤੇ ਸਾਧ ਸੰਗਤ ਜੀ ਇਹ ਸੰਸਾਰ ਦੀਆਂ ਚਿੰਤਾਵਾਂ ਬਿਲਕੁਲ ਨਹੀਂ ਹੁੰਦੀਆਂ। ਜਿਉਂਦੇ ਦਿਸਦੇ ਆ ਸਾਨੂੰ ਸਾਡੇ ਵਰਗੇ ਸੰਸਾਰ ਦੇ ਅੰਦਰ, ਪਰ ਉਹ ਸੰਸਾਰ ਦੇ ਅੰਦਰ ਰਹਿੰਦੇ ਹੋਏ ਹੀ ਜੀਵਨ ਮੁਕਤ ਹੁੰਦੇ ਆ। ਦਿਸਦੇ ਹੈਗੇ ਪਰ ਰਹਿੰਦੇ ਹਰ ਵੇਲੇ ਨਿਰੰਕਾਰ ਦੇ ਦੇਸ਼ ਵਿੱਚ ਹੀ ਹੈ। ਉਹ ਬੇਗਮਪੁਰੇ ਦੇ ਵਾਸੀ ਹੁੰਦੇ ਆ, ਕਿਉਂਕਿ ਉੱਥੇ ਪਹੁੰਚ ਜਾਂਦੇ ਆ ਨਾ ਰਸਤਾ ਪੁੱਛ ਕੇ ਗੁਰੂ ਸਾਹਿਬ ਤੋਂ। ਜਿਹੜਾ ਉੱਥੇ ਪਹੁੰਚ ਜਾਂਦਾ ਫਿਰ ਉੱਥੇ ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਉੱਥੇ ਫਿਰ ਸਾਧ ਸੰਗਤ ਜੀ ਇਹੋ ਜਿਹਾ ਆਨੰਦ ਤੇ ਇਹੋ ਜਿਹਾ ਸੁੱਖ ਹੁੰਦਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਤਿੰਨੀ ਪਰਮ ਪਦ ਪਾਇਆ। ਉਹਨਾਂ ਨੇ ਭਾਈ ਪਰਮ ਪਦਵੀ ਨੂੰ, ਵਾਹਿਗੁਰੂ ਦੀ ਬਖਸ਼ੀ ਹੋਈ ਕੇਵਲ ਮੁਕਤੀ ਨੂੰ, ਸਾਧ ਸੰਗਤ ਜੀ ਜੋ ਅਭੇਦਤਾ ਨੂੰ ਉਹਨਾਂ ਨੇ ਪਾਇਆ ਹੈ, ਪ੍ਰਾਪਤ ਕੀਤਾ ਹੈ। ਤੀਰਥ ਵਰਤ ਨੇਮ ਸੁਚ ਸੰਜਮ। ਫਿਰ ਜਿਹੜੇ ਇਹ ਨਿਯਮ ਹੈਗੇ, ਸਾਧਨ ਹੈਗੇ ਪਰਮੇਸ਼ਰ ਨੂੰ ਮਿਲਣ ਵਾਸਤੇ, ਸਾਧ ਸੰਗਤ ਜੀ ਕੀ ਹੈ ਕਿ ਜੀਵ ਸਾਧਨ ਕਰਦੇ ਆ, ਤੀਰਥਾਂ ਤੇ ਇਸ਼ਨਾਨ ਕਰਦੇ ਆ, ਫਿਰ ਵਰਤ ਰੱਖਦੇ ਆ। ਕੋਈ ਰਾਮ ਨੌਮੀ ਦਾ, ਕੋਈ ਇਸ ਪ੍ਰਕਾਰ ਜਿਹੜਾ ਹੈ ਸਾਧ ਸੰਗਤ ਜੀ ਇਕਾਦਸ਼ੀ ਦਾ, ਕਈ ਪ੍ਰਕਾਰ ਦੇ ਵਰਤ ਮੰਨੇ ਜਾਂਦੇ ਆ। ਉਹਨਾਂ ਵਰਤਾਂ ਨੂੰ ਰੱਖਣਾ ਕਰੇ ਤੀਰਥ ਵਰਤ। ਨੇਮ ਸੁਚ ਸੰਜਮ। ਤੇ ਨੇਮ ਸਾਧ ਸੰਗਤ ਜੀ ਯਮ ਨੇਮ ਆਦਿਕ ਜਿਹੜੇ ਆ ਰੱਖਦੇ ਆ। ਤੇ ਫਿਰ ਇੰਦਰੀਆਂ ਦੀ ਸੁਚ ਕਰਨੀ, ਜਿਹੜੇ ਆ ਨੇਤੀ ਧੋਤੀ ਕਰਮ ਕਰਦੇ ਆ। ਨੇਤੀ ਕਰਨੀ ਹੁੰਦੀ ਹੈ ਜਿਵੇਂ ਜਲ ਜਿਹੜਾ ਹੈ ਉਹ ਇੱਕ ਨਾਸਕਾ ਚ ਪਾ ਕੇ ਦੂਸਰੀ ਨਾਸਕਾ ਵਿੱਚ ਦੀ ਕੱਢਣਾ। ਫਿਰ ਜਲ ਦੀ ਨੇਤੀ ਮੰਨੀ ਹੈ, ਦੁੱਧ ਦੀ ਨੇਤੀ ਮੰਨੀ ਹੈ, ਘਿਓ ਦੀ ਨੇਤੀ ਮੰਨੀ ਹੈ। ਫਿਰ ਧੋਤੀ ਕਰਮ ਹੁੰਦੇ ਆ, ਕਈ ਮੀਟਰ ਰੇਸ਼ਮੀ ਲੀਰ ਖਾ ਕੇ ਉਹਨੂੰ ਗੁਦਾ ਰਾਹੀਂ ਕੱਢਣਾ ਤੇ ਫਿਰ ਇਸ ਪ੍ਰਕਾਰ ਉਸ ਨੂੰ ਗੁਦਾ ਰਾਹੀਂ ਬਾਹਰ ਖਿੱਚ ਦੇਣਾ। ਇਹਨੂੰ ਧੋਤੀ ਕਰਮ ਕਹਿੰਦੇ ਆ, ਜਿਹਦੇ ਨਾਲ ਆਂਦਰਾਂ ਜਿਹੜੀਆਂ ਸੁੱਧ ਹੋਈਆਂ ਜੋਗੀ ਮੰਨਦੇ ਆ। ਇਸ ਪ੍ਰਕਾਰ ਦੀ ਜਿਹੜੀ ਆ ਸੁਚਮਤਾ ਉਹ ਵੀ ਕਰਨਾ ਕਰੇ। ਤੋ ਦੁਬਾਰਾ ਪੜ ਦੋ। ਤੀਰਥ ਵਰਤ ਨੇਮ ਸੁਚ ਸੰਜਮ। ਤੇ ਸੰਜਮ ਸਾਧ ਸੰਗਤ ਜੀ ਆਪਣੀ ਇੰਦਰੀਆਂ ਦਾ ਜਿਹੜਾ ਹੈ ਉਹ ਦਮਨ ਕਰਨਾ ਕਰੇ। ਇਹ ਸਾਧਨ ਹਨ। ਤੇ ਰੱਬ ਦੇ ਪਿਆਰੇ ਜਿਹੜੇ ਆ ਜਿਨ੍ਹਾਂ ਨੇ ਚੌਥਾ ਪਦ ਪ੍ਰਾਪਤ ਕਰ ਲਿਆ ਹੈ, ਕਬੀਰ ਸਾਹਿਬ ਜੀ ਕਹਿੰਦੇ ਭਾਈ ਭਾਵੇਂ ਉਹਨਾਂ ਨੂੰ ਸਾਧਨਾ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਪਰ ਫਿਰ ਵੀ ਉਹ ਤੀਰਥ ਯਾਤਰਾ ਮੌਜ ਵਿੱਚ ਹੀ ਕਰਦੇ ਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰ ਘਰ ਦੇ ਅੰਦਰ ਐਸੇ ਐਸੇ ਪੂਰਨ ਮਹਾਂਪੁਰਖ ਮਹਾਤਮਾ ਹੋਏ ਆ ਜਿਨ੍ਹਾਂ ਨੇ ਇਸ ਪਦਵੀ ਨੂੰ ਪ੍ਰਾਪਤ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲੋਂ। ਤਾਂ ਸਾਧ ਸੰਗਤ ਜੀ ਫਿਰ ਵੀ ਉਹ ਤੁਰ ਕੇ ਪੰਜਾਂ ਤਖਤਾਂ ਦੀ ਯਾਤਰਾ ਐਸੇ ਮਹਾਂਪੁਰਸ਼ਾਂ ਨੇ ਕੀਤੀ ਹੈ। ਬੜੇ ਸਤਪੁਰਸ਼ਾਂ ਦਾ ਨਾਮ ਸਿੱਖ ਪੰਥ ਦੇ ਅੰਦਰ ਹੈ। ਤੋਂ ਮੈਂ ਜ਼ਿਕਰ ਕਰਾਂ ਤਾਂ ਇਸ ਪਾਸੇ ਹੀ ਸਮਾਂ ਲੱਗ ਜਾਏਗਾ। ਉਹ ਤੀਰਥ ਕਰਦੇ ਆ, ਤੀਰਥਾਂ ਤੇ ਯਾਤਰਾ ਕਰਦੇ ਆ। ਤੇ ਫਿਰ ਸਾਧ ਸੰਗਤ ਜੀ ਵਰਤ ਆਦਿਕ ਕੀ ਰੱਖਦੇ ਆ? ਉਹ ਔਗਣਾ ਦਾ ਵਰਤ ਰੱਖਦੇ ਆ ਸਦਾ ਵੀ, ਕਦਾਚਿਤ ਵੀ। ਇਹ ਜਿਹੜੇ ਦੂਸਰੇ ਵਰਤ ਰੱਖਣੇ ਆ ਨਾ, ਇਹ ਤਾਂ ਗੁਰਮਤਿ ਅਨੁਸਾਰ ਮਨਾਹੀ ਕੀਤੀ ਹੋਈ ਹੈ ਮਹਾਰਾਜ ਨੇ। ਇਹ ਵਰਤ ਨਹੀਂ ਰੱਖਣੇ ਚਾਹੀਦੇ। ਮੈਂ ਇਸ ਪਾਸੇ ਨੂੰ ਤਰਾਂਗਾ ਤੇ ਪ੍ਰਕਰਨ ਹੋਰ ਪਾਸੇ ਚਲੇ ਜਾਊਗਾ। ਤੋਂ ਮਨਾ ਹੀ ਹੈ ਵਰਤ ਰੱਖਣ ਦੀ। ਜਿਹੜੇ ਇਸਤਰੀਆਂ ਆਪਣੇ ਪਤੀ ਦੀ ਸੁੱਖ ਮੰਗਦੀਆਂ ਵਰਤ ਰੱਖਦੀਆਂ,
ਭਾਈ ਇਹਦਾ ਸਤਿਗੁਰੂ ਜੀ ਨੇ ਮਨਾ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਸਨਮੁਖੀ ਅਰਦਾਸ ਕਰ, ਆਪਣੇ ਵਰ ਦੀ ਸੁੱਖ ਮੰਗਣੀ ਚਾਹੀਦੀ ਹੈ। ਤੋ ਵਰਤੋਂ ਕੀ ਰੱਖਦੇ ਆ? ਜਿਹੜਾ ਸਾਧ ਸੰਗਤ ਜੀ ਔਗਣਾ ਨੂੰ ਵਰਜ ਦਿੰਦੇ ਆ, ਵਰਤ ਰੱਖਦੇ ਆ। ਤੇ ਤੀਰਥ ਵਰਤ ਨੇਮ ਸੁਚ ਸੰਜਮ, ਨੇਮ ਕੀ ਕਰਦੇ ਆ? ਰੋਜ਼ ਦਾ ਨਿਯਮ ਰੱਖਦੇ ਆ, ਅੰਮ੍ਰਿਤ ਵੇਲੇ ਦੇ ਉੱਠਣ ਦਾ, ਰੋਜ਼ ਦਾ ਨਿਯਮ ਰੱਖਦੇ ਆ, ਧਿਆਨ ਦੇ ਟਿਕਾਉਣ ਦਾ। ਭਾਵੇਂ ਤੁਰਿਆ ਪਦ ਪ੍ਰਾਪਤ ਹੋ ਗਿਆ ਪਰ ਫਿਰ ਵੀ ਉਹ ਨੇਮ ਨਹੀਂ ਛੱਡਦੇ, ਫਿਰ ਵੀ ਆਪਣਾ ਨਿਤਨੇਮ ਨਹੀਂ ਛੱਡਦੇ। ਰੋਜ਼ 5 ਬਾਣੀਆਂ ਪੜ੍ਹਦੇ ਆ, ਰਹਿਰਾਸ ਸਾਹਿਬ ਪੜ੍ਹਦੇ ਆ, ਕੀਰਤਨ ਸੋਹਿਲਾ ਪੜ੍ਹਦੇ ਆ। ਫਿਰ ਸਾਧ ਸੰਗਤ ਜੀ ਸਾਰਾ ਦਿਨ ਹੀ ਭਾਵੇਂ ਭਜਨ ਕਰਦੇ ਆ, ਪਰ ਗਰੀਬ ਨਵਾਜ ਸਤਿਗੁਰੂ ਜੀ ਦੀ ਇਹ ਬਖਸ਼ਿਸ਼ ਜੋ ਨਿਯਮ ਹਜੂਰ ਨੇ ਬਖਸ਼ਿਸ਼ ਕੀਤਾ ਹੈ, ਸਤ ਸੰਗਤ ਕਰਨ ਦਾ, ਸੇਵਾ ਕਰਨ ਦਾ, ਨਿਤਨੇਮ ਕਰਨ ਦਾ, ਉਹ ਇਹ ਨਿਯਮ ਰੱਖਦੇ ਆ। ਫਿਰ ਸੁਚਮਤਾ ਵੀ ਰੱਖਦੇ ਆ। ਇਹ ਨਹੀਂ ਕਿ ਹੱਥ ਪੈਰ ਧੋਣੇ ਨਹੀਂ ਤੇ ਕਹਿੰਦੇ ਆ ਲੈ ਸ਼ੇਰਾਂ ਦੇ ਕੋਤੇ ਮੂੰਹ ਧੋਤੇ ਹੁੰਦੇ ਆ, ਏਦਾਂ ਹੀ ਖਾ ਲਓ, ਇਸ ਤਰ੍ਹਾਂ ਦੇ ਬੜੇ ਵਿਅੰਗ ਕੱਸਦੇ ਆ। ਸਾਧ ਸੰਗਤ ਜੀ ਵੇਖੋ, ਤੁਰਿਆ ਪਦ ਜਿਹਨੂੰ ਪ੍ਰਾਪਤ ਹੋ ਗਿਆ, ਜਿਹਦੇ ਵਾਸਤੇ ਝੂਠ ਸੁੱਚ ਸਭ ਇੱਕ ਹੋ ਗਈ, ਉਹ ਜ਼ਹਿਰ ਵੀ ਖਾ ਲੇ ਤੇ ਉਹਨੂੰ ਜ਼ਹਿਰ ਨਹੀਂ ਚੜਦੀ। ਝੂਠ ਤਾਂ ਵਿਆਪਣੀ ਕੀ ਹੈ, ਏਡੀ ਵੱਡੀ ਅਵਸਥਾ ਹੁੰਦੀ ਹੈ ਮਹਾਂਪੁਰਸ਼ ਦੀ, ਪਰ ਫਿਰ ਵੀ ਉਹ ਸੁਚਮਤਾ ਰੱਖਦੇ ਆ। ਸਾਨੂੰ ਜੀਆਂ ਨੂੰ ਜਾਚ ਦੱਸਦੇ ਆ ਕਿ ਭਾਈ ਮਨੁੱਖ ਹੋ ਤੁਸੀਂ, ਜਾਨਵਰ ਨਹੀਂ ਹੋ। ਉਹ ਸਾਨੂੰ ਜਾਚ ਦੱਸਦੇ ਆ ਕਿ ਜੇ ਤੁਰਿਆ ਪਦ ਤੁਸਾਂ ਵੀ ਲੈਣਾ ਤੇ ਇਹ ਰਾਹ ਤੇ ਚੱਲੋ, ਤੇ ਫਿਰ ਤੁਰਿਆ ਪਦ ਪ੍ਰਾਪਤ ਹੋਊਗਾ, ਬੇਗਮਪੁਰੇ ਵਿੱਚ ਪਹੁੰਚ ਜਾਓਗੇ। ਸਾਧ ਸੰਗਤ ਜੀ ਕੀ ਹੈ ਕਿ ਉਹ ਸਰੀਰਕ ਸੁੱਚ ਪਵਿੱਤਰਤਾ ਰੱਖਦੇ ਆ, ਆਪਣੇ ਮਨ ਦੀ ਸੁੱਚ ਪਵਿੱਤਰਤਾ ਰੱਖਦੇ ਆ, ਤੇ ਬਾਹਰੀ ਤੌਰ ਤੇ ਸਰੀਰਕ ਦੀ ਸੁੱਚ ਪਵਿੱਤਰਤਾ ਰੱਖਣੀ ਬਹੁਤ ਜ਼ਰੂਰੀ ਹੈ। ਜਿਹੜੇ ਕਹਿ ਦੇਣਾ ਨਾ ਕਿ ਵੇਖੋ ਨਾਮ ਤਾਂ ਭਾਈ ਸਭ ਥਾਵਾਂ ਤੇ ਸਮਾਇਆ ਹੋਇਆ ਤੇ ਇੰਨਾ ਗਿਆਨ ਹੋ ਗਿਆ, ਉਹ ਕਹਿੰਦੇ ਨਹਾਉਣ ਦੀ ਕੀ ਲੋੜ ਹੈ। ਬੜੇ ਬੜੇ ਸਾਧ ਸੰਗਤ ਜੀ ਨਾਸਤਕਾਂ ਨਾਲ ਚੰਗੇ ਭਲੇ ਵੀ ਸਤਿਪੁਰਸ਼ਾਂ ਦਾ ਨਿਰਾਦਰ ਕਰ ਦਿੰਦੇ ਆ ਬਾਹਰਲੇ ਦੇਸ਼ਾਂ ਵਿੱਚ। ਜੇ ਸਤਿਗੁਰੂ ਦੀ ਬਾਣੀ ਦੀ ਨਿਰੋਲ ਕਥਾ ਕਿਤੇ ਐਸੇ ਅਨਾੜੀਆਂ ਨੂੰ ਸੁਣਾਓ, ਉਹਨਾਂ ਨੂੰ ਤਾਂ ਉਹ ਕਥਾ ਹੀ ਨਹੀਂ ਹਜਮ ਹੁੰਦੀ, ਕਿਉਂਕਿ ਕਿਹੜੇ ਕਦੇ ਅਰਥ ਪੜ੍ਹੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹਜੂਰ ਜੇ ਆਉਣਾ ਹੁਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣਾ, ਤੇ ਹਜੂਰ ਨੇ ਉਹ ਨਿਯਮ ਲਿਖੇ ਆ ਕਿ ਭਾਈ ਜਿਹੜਾ ਹੈ ਇਸ਼ਨਾਨ ਸੋਧਿਆ ਹੋਵੇ, ਸਰੀਰ ਦੇ ਵਸਤਰ ਸੁੱਚੇ ਹੋਣ। ਤੇ ਉਥੇ ਨਾਸਤਕ ਕੁਝ ਸਤਿਪੁਰਸ਼ਾਂ ਨੂੰ ਕਹਿੰਦੇ ਵੇਖੋ ਜੀ ਗੰਦਗੀ ਅੰਦਰ ਵੀ ਤਾਂ ਹੈ। ਉਹ ਅੱਗੋਂ ਪ੍ਰਸ਼ਨ ਕਰਦੇ ਆ, ਉਹ ਭਾਈ ਅੰਦਰ ਤਾਂ ਗੰਦਗੀ ਹੈਗੀ ਆ, ਇਹ ਤਾਂ 9 ਦੁਆਰਿਆਂ ਨਾਲ ਹੀ ਗੰਦਗੀ ਰਿਸਦੀ ਹੈ, ਪਰ ਅੰਦਰ ਹੈ ਨਾ। ਤੁਸੀਂ ਆਪਣੇ ਬਾਹਰ ਕੱਪੜੇ ਦੇ ਉੱਤੇ ਗੰਦਗੀ ਲਾ ਕਰਕੇ ਜੇ ਫਿਰੋਗੇ ਤੇ ਉਹਦੀ ਬਦਬੂ ਨਹੀਂ ਆਵੇਗੀ। ਅੰਦਰ ਸਭ ਕੁਝ ਹੈ, ਪਰ ਪਰਮੇਸ਼ਰ ਨੇ ਢੱਕਿਆ ਹੋਇਆ ਹੈ। ਪਰਮੇਸ਼ਰ ਨੇ ਚਮੜੀ ਦਾ ਲੇਪਣ ਕਰਕੇ ਉਸ ਨੂੰ ਕੱਜਿਆ ਹੋਇਆ, ਤੇ ਜਿਹੜੀ ਚਮੜੀ ਉੱਤੇ ਦਿੱਤੀ ਹੋਈ ਹੈ ਨਾ, ਉਹਦੀ ਸੁੱਚ ਪਵਿੱਤਰਤਾ ਕਰਨ ਲਈ ਦਿੱਤੀ ਹੋਈ ਹੈ। ਇਸ਼ਨਾਨ ਸੋਧਣਾ, ਸੁੱਚ ਪਵਿੱਤਰਤਾ ਰੱਖਣੀ। ਜੇ ਕਿਰਿਆ ਕਰਕੇ ਹੱਥ ਹੀ ਨਹੀਂ ਮਾਂਜਣ ਦੀ ਜਾਚ ਆਈ ਤਾਂ ਫਿਰ ਤਾਂ ਜਾਨਵਰ ਹੀ ਹਾਂ। ਜੇ ਤੁਸੀਂ ਕਿਰਿਆ ਕਰੋ ਤੇ ਚੰਗੀ ਤਰ੍ਹਾਂ ਆਪਣੇ ਹੱਥ ਨਾਲ ਸਾਫ਼ ਕਰੋ, ਬੈਕਟੀਰੀਆ ਹੀ ਨਾ ਸਾਫ਼ ਕਰੋ, ਜਿਨ੍ਹਾਂ ਵਾਸਤੇ ਅੱਜ ਡਾਕਟਰ ਵੀ ਕਹੀ ਜਾਂਦੇ ਆ ਕਿ ਹਜ਼ਾਰਾਂ ਹੀ ਬਿਮਾਰੀਆਂ ਦਾ ਘਰ ਹੈ ਭਾਈ। ਤੇ ਗੁਰੂ ਸਾਹਿਬ ਨੇ ਤਾਂ ਪਹਿਲਾਂ ਦੱਸਿਆ ਹੋਇਆ, ਜਿੱਥੇ ਡਾਕਟਰ ਅੱਜ ਕਹਿੰਦੇ ਆ ਕਿ ਭਾਈ ਪਰਾਇਆ ਸੰਗ ਨਾ ਕਰੋ, ਨਹੀਂ ਤਾਂ ਏਡਜ਼ ਵਰਗੀਆਂ ਭੈੜੀਆਂ ਬਿਮਾਰੀਆਂ ਲੱਗ ਜਾਂਦੀਆਂ। ਗੁਰੂ ਸਾਹਿਬ ਨੇ ਤਾਂ ਉਦੋਂ ਕਿਹਾ ਹੋਇਆ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਇੰਨੀ ਸੁਚਮਤਾ ਦੱਸੀ ਹੋਈ ਸੱਚੇ ਪਾਤਸ਼ਾਹ ਨੇ। ਗਰੀਬ ਨਵਾਜ ਸਤਿਗੁਰੂ ਜੀ ਨੇ ਸਾਨੂੰ ਹੱਥ ਸੁੱਚੇ ਕਰਨ ਬਾਰੇ ਵੀ ਸਾਧ ਸੰਗਤ ਜੀ ਸਮਝਾਇਆ ਹੋਇਆ ਕਿ ਭਾਈ ਖਾਣ ਤੋਂ ਪਹਿਲਾਂ ਆਪਣੇ ਹੱਥ ਜ਼ਰੂਰ ਧੋ ਲਵੋ, ਸੁੱਚੇ ਕਰੋ ਹੱਥ, ਸੁੱਚ ਪਵਿੱਤਰਤਾ ਰੱਖੋ। ਜੇ ਤੁਸੀਂ ਨਾਮ ਜਪਣਾ, ਸਰੀਰ ਦੀ ਸੁੱਧੀ ਕਰੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਹੈ, ਸੁੱਚੇ ਵਸਤਰ ਪਾਓ, ਸਰੀਰ ਨੂੰ ਸੁੱਚਿਆ ਕਰੋ, ਫਿਰ ਸਤਿਗੁਰੂ ਦੇ ਹਜੂਰ ਤਾਬਿਆ ਬੈਠ ਕਰਕੇ ਬਾਣੀ ਪੜ੍ਹੋ। ਕਈ ਵਾਰੀ ਕਿਸੇ ਭਗਤ ਨੇ, ਗੁਰਮੁਖ ਨੇ ਕਿਤੇ ਅਤਰ ਫਲੇਲ ਲਾਇਆ ਹੋਵੇ ਤੇ ਸੰਸਾਰੀ ਵੇਖ ਕੇ ਬੜੇ ਵਿਅੰਗ ਕੱਸਦੇ, ਅੱਛਾ ਤੁਸੀਂ ਵੀ ਲਾ ਲਈ ਨੇ, ਕੋਈ ਵਿਕਾਰਾਂ ਦੇ ਭੋਗਣ ਵਾਲੀ ਚੀਜ਼ ਸਮਝੀ ਹੋਈ ਹੈ। ਇਹ ਤਾਂ ਭਗਤਾਂ ਦੇ ਭਗਤੀ ਕਰਨ ਵਾਸਤੇ, ਗੁਰੂ ਸਾਹਿਬ ਜੀ ਦੇ ਅਦਬ ਵਾਸਤੇ ਖੁਸ਼ਬੂਆਂ ਤੇ ਅਤਰ ਜਿਹੜੇ ਆ ਪਰਮੇਸ਼ਰ ਨੇ ਬਣਾਏ ਹੋਏ। ਭਾਈ ਭਗਤੀ ਵਾਲੇ ਥਾਂ ਤੇ ਇਹਨਾਂ ਨੂੰ ਛਿੜਕੋ ਤਾਂ ਜੇ ਤੁਹਾਡੀ ਸੁਰਤ ਜਿਹੜੀ ਉਹ ਟਿਕਾ ਪਕੜੇ। ਜਿੱਥੇ ਬਦਬੂ ਆਉਂਦੀ ਹੋਵੇਗੀ ਤੁਹਾਡੀ ਸੁਰਤ ਟਿਕਾ ਨਹੀਂ ਪਕੜੂਗੀ। ਸ਼ਰਤ ਹੈ, ਭਾਈ ਵੀਰ ਸਿੰਘ ਸਾਹਿਬ ਜੀ ਨੇ ਨਿਯਮ ਲਿਖੇ ਹੋਏ ਆ
ਗੁਰਮੁਖ ਸਿੱਖਿਆ ਦੇ ਅੰਦਰ ਕਿ ਕੀ ਨਿਯਮ ਹੋਣੇ ਚਾਹੀਦੇ ਆ ਜਦੋਂ ਤੁਸੀਂ ਬੰਦਗੀ ਕਰਨੀ ਹੈ। ਜਿਸ ਕਮਰੇ ਵਿੱਚ ਖਲਾਰਾ ਹੀ ਪਿਆ ਹੈ, ਗੰਦ ਹੀ ਪਿਆ ਹੋਇਆ, ਉੱਥੇ ਤੁਸੀਂ ਕੀ ਭਜਨ ਕਰਨਾ ਹੈ? ਨਾਮ ਜਪਣ ਵਾਲੇ ਦੇ ਜੇ ਸਾਧ ਸੰਗਤ ਜੀ ਕਮਰੇ ਵਿੱਚ ਹੀ ਖਲਾਰਾ ਹੋਵੇ, ਸਫਾਈ ਨਾ ਹੋਵੇ, ਤੇ ਉੱਥੋਂ ਵੇਖ ਕੇ ਪਤਾ ਲੱਗ ਜਾਂਦਾ ਸਤਿਪੁਰਸ਼ਾਂ ਨੂੰ ਕਿ ਭਾਈ ਇਹ ਕਿੰਨੀ ਕੁ ਨਾਮ ਜਪਣ ਵਾਲੀ ਅਵਸਥਾ ਹੋਊਗੀ। ਭਾਵੇਂ ਕਿ ਸੁਭਾਵਾਂ ਵਿੱਚ ਵੀ ਸਾਧ ਸੰਗਤ ਜੀ ਫਰਕ ਹੁੰਦਾ ਹੈ, ਪਰ ਕੀ ਹੈ, ਰੱਬ ਦੇ ਪਿਆਰੇ ਸਦਾ ਸੁਚਮਤਾ ਅਤੇ ਸਫਾਈ ਨੂੰ ਪਸੰਦ ਕਰਦੇ ਹੁੰਦੇ ਆ। ਜਦੋਂ ਰੱਬ ਦੇ ਰੰਗ ਵਿੱਚ ਰੰਗੇ ਜਾਂਦੇ ਆ, ਵੇਖੋ ਭਾਵੇਂ ਤਨ ਦੇ ਵਸਤਰ ਤਾਂ ਸਾਧ ਸੰਗਤ ਜੀ ਉਹਨਾਂ ਦੇ ਕਮਜ਼ੋਰ ਹੀ ਹੋਣ, ਅੰਦਰੋਂ ਮਨ ਸੁੱਚਾ ਜਦੋਂ ਹੋ ਜਾਂਦਾ ਹੈ, ਐਸੀ ਪਵਿੱਤਰਤਾ ਉਹਨਾਂ ਦੇ ਕੋਲ ਆਉਂਦੀ ਹੈ, ਦੋਹਾਂ ਚੀਜ਼ਾਂ ਤੋਂ ਮੁਕਤ ਹੁੰਦੇ ਆ, ਪਰ ਫਿਰ ਵੀ ਰੱਖਦੇ ਆ। ਨਾ ਉਹਨਾਂ ਨੂੰ ਝੂਠ ਵਿਆਪਦੀ ਹੈ, ਨਾ ਉਹਨਾਂ ਨੂੰ ਸੁਚਮਤਾ ਦਾ ਬਾਹਰੋਂ ਕੋਈ ਪ੍ਰਭਾਵ ਰਹਿ ਜਾਂਦਾ ਹੈ, ਪਰ ਫਿਰ ਵੀ ਰੱਖਦੇ ਆ। ਕਿਉਂਕਿ ਕਬੀਰ ਸਾਹਿਬ ਜੀ ਦੱਸ ਰਹੇ ਨੇ, ਤੇ ਸੰਜਮ ਸਾਧ ਸੰਗਤ ਜੀ ਆਪਣੀ ਇੰਦਰੀਆਂ ਦਾ ਉਹ ਦਮਨ ਕਰ ਲੈਂਦੇ ਆ। ਸਦਾ ਰਹਿ ਨਿਹਕਾਮਾ। ਫਿਰ ਵੀ ਇੰਨਾ ਕੁਝ ਕਰਦੇ ਹੋਏ ਇਹਨਾਂ ਦਾ ਹੰਕਾਰ ਨਹੀਂ ਰੱਖਦੇ, ਸਦਾ ਇਹਨਾਂ ਵਿੱਚ ਨਿਸ਼ਕਾਮ ਰਹਿੰਦੇ ਆ। ਕੋਈ ਇੱਛਾ ਨਹੀਂ ਹੁੰਦੀ ਕਿ ਤੀਰਥਾਂ ਦੇ ਨਹਾਉਣ ਨਾਲ ਸਾਨੂੰ ਸ਼ਾਇਦ ਫਲ ਮਿਲੂਗਾ। ਉਹਨਾਂ ਨੂੰ ਪਤਾ ਹੁੰਦਾ ਫਲ ਤਾਂ ਜਿਹੜਾ ਮਿਲਣਾ ਉਹ ਮਿਲ ਗਿਆ, ਮਹਾਰਾਜ ਨੇ ਤੁਰਿਆ ਪਦ ਦੇ ਦਿੱਤਾ। ਉਹ ਕਰਦੇ ਆ ਕਰਮ, ਪਰ ਕਰਮ ਦੀ ਇੱਛਾ ਨਹੀਂ ਫਿਰ ਹੁੰਦੀ ਉਹਨਾਂ ਨੂੰ, ਕਰਮਾਂ ਤੋਂ ਮੁਕਤ ਹੋ ਜਾਂਦੇ ਆ। ਜਿਵੇਂ ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਆਉਂਦਾ ਸਾਡੇ ਇਤਿਹਾਸ ਵਿੱਚ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਇਸ਼ਨਾਨ ਪਾਣੀ ਕਰਨਾ ਛੱਡ ਦਿੱਤਾ, ਤੇ ਜਦੋਂ ਇੱਕ ਥਾਂ ਬੈਠੇ ਰਹੇ, ਗੁਰਸਿੱਖਾਂ ਕਿਹਾ ਮਹਾਰਾਜ ਵੇਖੋ ਬਾਬਾ ਬੁੱਢਾ ਸਾਹਿਬ ਤਾਂ ਨਹਾਉਂਦੇ ਹੀ ਨਹੀਂ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਕੀ ਗੱਲ ਹੈ, ਤੁਸੀਂ ਇਸ਼ਨਾਨ ਨਹੀਂ ਸੋਧਦੇ? ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਹੁਣ ਕਿਹੜੀ ਲੋੜ ਰਹਿ ਗਈ ਹੈ, ਕਿਉਂਕਿ ਕਰਮਾਂ ਦੀ ਲੋੜ ਤਾਂ ਉਦੋਂ ਰਹਿੰਦੀ ਹੈ ਜਦੋਂ ਮੰਜ਼ਿਲ ਤੇ ਜਦੋਂ ਪਹੁੰਚ ਗਿਆ ਹੋਵੇ, ਫਿਰ ਥੋੜਾ ਤੁਰਨਾ ਪੈਂਦਾ। ਹਜੂਰ ਹੱਸ ਪਏ। ਸਤਿਗੁਰੂ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਠੀਕ ਕਹਿੰਦੇ ਹੋ, ਯਥਾਰਥ ਬਚਨ ਕਹਿੰਦੇ ਹੋ, ਪਰ ਤੁਹਾਡਾ ਜੀਵਨ ਕੇਵਲ ਆਪਣੇ ਵਾਸਤੇ ਨਹੀਂ ਹੈ, ਤੁਹਾਡਾ ਜੀਵਨ ਸਮਸਤ ਲੋਕਾਈ ਵਾਸਤੇ ਆ। ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੂਹਰਲੇ ਸਿੱਖ ਹੋ, ਇਸ ਕਰਕੇ ਤੁਸੀਂ ਨਹੀਂ ਇਸ਼ਨਾਨ ਕਰੋਗੇ ਤੇ ਸਿੱਖ ਇਸ਼ਨਾਨ ਕਰਨਾ ਤਿਆਗ ਦੇਣਗੇ। ਤੁਸੀਂ ਨਹੀਂ ਨਿਯਮ ਰੱਖੋਗੇ ਤਾਂ ਇਹ ਸੰਸਾਰ ਦੇ ਜੀਵ ਨਿਯਮਾਂ ਨੂੰ ਤਿਆਗ ਦੇਣਗੇ। ਤੁਸੀਂ ਆਪਣੇ ਵਾਸਤੇ ਤਾਂ ਤੁਹਾਨੂੰ ਹੁਣ ਲੋੜ ਨਹੀਂ, ਪਰ ਜੀਆਂ ਦੇ ਭਲੇ ਵਾਸਤੇ ਆਪ ਨਿਯਮ ਰੱਖੋ, ਇਸ਼ਨਾਨ ਕਰੋ। ਚੰਗਾ ਸਤਿਗੁਰੂ ਜੀ ਆਦੋਂ ਅੱਗੇ ਅਸੀਂ ਇਹ ਭੁੱਲ ਨਹੀਂ ਕਰਾਂਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਨ੍ਹਾਂ ਨੂੰ ਕਿਹਾ ਸੀ ਬਾਬਾ ਬੁੱਢਾ ਸਿੱਖੀ ਦੀ ਹੱਦ ਤੈਥੋਂ ਓਲੇ ਕਦੇ ਨਾ ਹੋਸਾਂ, ਜੇ ਐਡੀ ਅਵਸਥਾ ਦੇ ਮਾਲਕ ਨਿਯਮ ਪਾਲਦੇ ਆ ਤੇ ਮਾਫ ਕਰਨਾ ਜਿਹੜੇ ਬਹੁਤ ਜ਼ਿਆਦਾ ਹਿੱਲ ਕੇ ਜਦੋਂ ਅਸੀਂ ਨਾਮ ਜਪਦੇ ਆ ਨਾ ਤੇ ਉਹਨਾਂ ਦੀ ਅਵਸਥਾ ਬੜੀ ਚੜ ਜਾਂਦੀ ਹੈ, ਝਾਟੀ ਕਿਰਪਾਨਾਂ ਮਿਲਾ ਦਿੰਦੇ ਆ। ਕਹਿੰਦੇ ਹੁਣ ਤਾਂ ਸਾਨੂੰ 10ਵਾਂ ਦੁਆਰ ਖੁੱਲ ਗਿਆ। 5 ਕਕਾਰ ਵੀ ਤਿਆਗ ਦਿੰਦੇ ਆ। ਮੈਂ ਐਸੇ ਬਹੁਤ ਸਾਰੇ ਨਾਵਾਂ ਨੂੰ ਜਾਣਦਾ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਸਾਧ ਸੰਗਤ ਜੀ ਇਹੋ ਜਿਹਾ ਪਖੰਡ ਰਚਿਆ ਤੇ ਗੁਰੂ ਸਾਹਿਬ ਦੇ ਕਕਾਰ ਵੀ ਲਾ ਦਿੱਤੇ। ਜਿਹੜਾ ਕਕਾਰ ਲਾ ਕੇ ਕਹੇ ਕਿ ਮੇਰੀ ਅਵਸਥਾ ਪਹੁੰਚ ਗਈ ਹੈ, ਕੀ ਉਹਦੀ ਅਵਸਥਾ ਪਹੁੰਚੀ ਹੈ? ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਕਾਰ ਹੀ ਉਤਾਰ ਦਿੱਤੇ ਆ। ਉਹ ਨਿਯਮ ਰੱਖਦੇ ਆ ਸਾਰੇ, ਪਰ ਫਿਰ ਵੀ ਨਿਯਮਾਂ ਤੋਂ ਨਿਸ਼ਕਾਮ ਹੀ ਰਹਿੰਦੇ ਆ, ਕਿਉਂਕਿ ਉਹਨਾਂ ਨੂੰ ਤੁਰਿਆ ਪਦ ਪ੍ਰਾਪਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਾਪ ਪੁੰਨ ਤੋਂ ਭਾਈ ਉਹ ਨਿਰਲੇਪ ਹੋ ਜਾਂਦੇ ਆ। ਤ੍ਰਿਸ਼ਨਾ ਅਰ ਮਾਇਆ ਭ੍ਰਮ ਚੁਕਾ। ਤ੍ਰਿਸ਼ਨਾ ਚੁੱਕ ਗਈ, ਕੋਈ ਪਕੜ ਨਹੀਂ ਰਹੀ। ਮਾਇਆ ਦੇ ਇਕੱਠਿਆਂ ਕਰਨ ਦਾ ਭਰਮ ਜਿਹੜਾ ਨਾਸ਼ ਹੋ ਗਿਆ। ਕਾਹਦੇ ਵਾਸਤੇ ਇਕੱਠੀ ਕਰਨੀ? ਉਹਨਾਂ ਨੂੰ ਜਿਹਨੂੰ ਖਜ਼ਾਨੇ ਦੀ ਮਾਲਕੀ ਮਹਾਰਾਜ ਦੇ ਦੇਣ ਤੇ ਜਦੋਂ ਮਰਜ਼ੀ ਵਰਤਣ ਮਹਾਰਾਜ ਤੋਂ ਲੈ ਕੇ, ਉਹ ਇਕੱਠੀ ਨਹੀਂ ਕਰਦੇ। ਮਾਇਆ ਭ੍ਰਮ ਚੁਕਾ, ਮਾਇਆ ਦਾ ਪਿਆ ਹੋਇਆ 3 ਗੁਣਾਂ ਦਾ ਭਰਮ ਭਾਈ ਉਹਨਾਂ ਦਾ ਨਾਸ਼ ਹੋ ਜਾਂਦਾ। ਕਿਹਨਾਂ ਦਾ? ਜਿਹੜੇ ਇੱਕ ਅੱਧੇ ਹੀ ਨੇ, ਕੋਈ ਵਿਰਲੇ ਹਨ ਸੰਸਾਰ ਦੇ ਅੰਦਰ। ਚਿਤਵਤ ਆਤਮ ਰਾਮਾ। ਤੇ ਸਦਾ ਆਪਣਾ ਆਤਮਾ ਰੂਪ ਜਾਣ ਕਰਕੇ, ਕਿਉਂਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪਰਮਾਤਮਾ ਹੈ ਸਰਬਾਤਮ ਹੈ, ਤੂੰ ਸਾਰਿਆਂ ਦਾ ਆਤਮਾ ਰੂਪ ਹੈ। ਆਪਣਾ ਆਪ ਰੂਪ ਜਾਣ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਨੂੰ ਸਦਾ ਚੇਤੇ ਕਰਦੇ ਆ। ਜੇ ਮੰਦਰ ਦੀਪਕ ਪ੍ਰਗਾਸਿਆ। ਕਬੀਰ ਸਾਹਿਬ ਨੂੰ ਪ੍ਰਸ਼ਨ ਕੀਤਾ, ਕਬੀਰ ਜੀ ਸਭ ਦੇ ਅੰਦਰ ਇੱਕੋ ਹੀ ਪਰਮੇਸ਼ਰ ਹੈ? ਕਹਿੰਦੇ ਹਾਂ ਭਾਈ। ਕਹਿੰਦੇ ਫਿਰ ਇੱਕ ਦੀ ਰੋਟੀ ਖਾਣ ਕਰਕੇ ਸਭ ਦੀ ਭੁੱਖ ਕਿਉਂ ਨਹੀਂ ਮਿਟਦੀ? ਇੱਕ ਪੜ ਗਿਆ ਤੇ ਸਭ ਨੂੰ ਗਿਆਨ ਕਿਉਂ ਨਹੀਂ ਹੁੰਦਾ? ਕਬੀਰ ਸਾਹਿਬ ਜੀ ਕਹਿੰਦੇ ਦੱਸਦੇ ਆ ਭਾਈ, ਉਹਦਾ ਵੀ ਇੱਕ ਕਾਰਨ ਹੈਗਾ। ਪਰਮੇਸ਼ਰ ਹੈ ਤਾਂ ਸਾਰਿਆਂ ਦੇ ਅੰਦਰ,
ਤਾਂ ਦੱਸਦੇ ਹਨ, ਦੁਬਾਰਾ ਪੜ੍ਹ ਦਿਓ। ਜਿਹ ਮੰਦਰ ਦੀਪਕ ਪ੍ਰਗਾਸਿਆ। ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਹੜਾ ਮੰਦਰ ਹੁੰਦਾ ਹੈ ਨਾ, ਮਹਿਲ, ਵੇਖੋ ਆਕਾਸ਼ ਤੇ ਸਾਰਿਆਂ ਥਾਵਾਂ 'ਚ ਹੁੰਦਾ, ਪਰ ਕਹਿੰਦੇ ਜਿਸ ਮੰਦਰ ਦੇ ਅੰਦਰ ਦੀਪਕ ਦੀਵਾ ਪ੍ਰਗਾਸਿਆ ਜਾਵੇ, ਅੰਧਕਾਰ ਤਹ ਨਾਸਾ। ਉਸੇ ਹੀ ਮੰਦਰ ਦਾ, ਉਸੇ ਹੀ ਕਮਰੇ ਦਾ ਅੰਧਕਾਰ ਨਾਸ਼ ਹੁੰਦਾ ਹੈ, ਉੱਥੇ ਹੀ ਪ੍ਰਕਾਸ਼ ਹੁੰਦਾ ਹੈ। ਜੇ ਲਾਗੇ ਦੂਸਰਾ ਕਮਰਾ, ਆਕਾਸ਼ ਤਾਂ ਉੱਥੇ ਵੀ ਹੈਗਾ, ਪਰ ਜੇ ਉੱਥੇ ਦੀਵਾ ਨਹੀਂ ਜਗਾਇਆ ਤੇ ਕੀ ਉੱਥੇ ਤੁਸੀਂ ਕਹੋ ਮੈਂ ਦੂਸਰੇ ਕਮਰੇ 'ਚ ਦੀਵਾ ਜਗਾਇਆ, ਇੱਥੇ ਕਿਉਂ ਨਹੀਂ ਚਾਨਣ ਹੋਇਆ? ਕਿਉਂਕਿ ਉਹਦੀਆਂ ਕੰਧਾਂ ਨੇ, ਉਹਦੇ ਬੂਹੇ ਬਾਰੀਆਂ ਬੰਦ ਨੇ। ਇਸ ਤਰ੍ਹਾਂ ਸਾਧ ਸੰਗਤ ਜੀ, ਜਿਸ ਮਹਾਪੁਰਸ਼ ਦੇ ਅੰਦਰ ਸਤਿਗੁਰ ਸ਼ਬਦ ਉਜਾਰੋ ਦੀਪਾ, ਮਹਾਰਾਜ ਨੇ ਆਪਣੇ ਸ਼ਬਦ ਦਾ ਦੀਵਾ ਜਗਾ ਦਿੱਤਾ, ਉਹਦਾ ਅਗਿਆਨਤਾ ਦਾ ਅੰਧਕਾਰ ਨਾਸ਼ ਹੋ ਗਿਆ। ਤੇ ਜੇ ਕਹੇ ਕਿ ਉਹਦੇ ਲਾਗੇ ਹੈ, ਤੇ ਇਹ ਵੀ ਵੇਖੋ ਉਹਦੇ ਅੰਦਰ ਵੀ ਪਰਮੇਸ਼ਰ ਹੈਗਾ, ਇਹਦਾ ਕਿਉਂ ਨਹੀਂ ਅੰਧਕਾਰ ਨਾਸ਼ ਹੋਇਆ? ਸਾਧ ਸੰਗਤ ਜੀ, ਉਹ ਆਪਣੇ ਅਗਿਆਨਤਾ ਦੇ ਪਰਦੇ ਪਾਈ ਬੈਠਾ ਹੈ, ਉਹਦੇ ਆਪਣੇ ਸਰੀਰ ਦੀ ਪਰਤ ਹੈ, ਹੰਗਤਾ ਮਮਤਾ ਚਿੰਬੜੀ ਹੋਈ ਹੈ। ਪਰਮੇਸ਼ਰ ਹੈ ਤਾਂ ਉਹਦੇ ਅੰਦਰ ਆਕਾਸ਼ ਦੀ ਨਿਆਈ ਸਮਾਇਆ ਹੋਇਆ, ਪਰ ਸਾਧ ਸੰਗਤ ਜੀ ਉਹਦੇ ਅੰਦਰ ਸ਼ਬਦ ਦਾ ਪ੍ਰਕਾਸ਼ ਨਹੀਂ ਹੋਇਆ। ਇਸ ਕਰਕੇ ਉਹਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਜਿਵੇਂ ਘੜੇ ਹੋਣ 3 ਤੇ ਇੱਕ ਘੜੇ ਵਿੱਚ ਤੁਸੀਂ ਦਾਣੇ ਪਾਏ ਆ, ਇੱਕ 'ਚ ਪਾਣੀ ਪਾਇਆ ਤੇ ਇੱਕ 'ਚ ਦੁੱਧ ਪਾਇਆ। ਹੁਣ ਤੁਸੀਂ ਪਾਣੀ ਪਾਏ ਵਾਲੇ ਘੜੇ ਚੋਂ ਕਹੇ ਦੁੱਧ ਕਿਉਂ ਨਹੀਂ ਨਿਕਲਿਆ? ਉੱਥੋਂ ਦੁੱਧ ਥੋੜੋ ਆਊਗਾ, ਉੱਥੋਂ ਪਾਣੀ ਆਉਣਾ, ਉਹਦੇ 'ਚ ਪਾਣੀ ਪਾਇਆ। ਜਿਹਦੇ 'ਚ ਦਾਣੇ ਪਾਏ ਉਹਦੇ 'ਚ ਦਾਣੇ ਨਿਕਲੂਗੇ, ਤੇ ਜਿਹਦੇ 'ਚ ਦੁੱਧ ਪਾਇਆ ਉਹਦੇ 'ਚ ਦੁੱਧ ਨਿਕਲੂਗਾ। ਜਿਹਦੇ 'ਚ ਦੀਵਾ ਜਗਾ ਕੇ ਰੱਖਿਆ ਉੱਥੇ ਪ੍ਰਕਾਸ਼ ਹੁੰਦਾ ਹੋਊਗਾ। ਇਹ ਸਾਡੇ ਸਰੀਰ ਘੜਿਆਂ ਦੀ ਨਿਆਈ ਨੇ। ਜਿਵੇਂ ਘੜਿਆਂ ਵਿੱਚ ਆਕਾਸ਼ ਵਿਆਪਕ ਹੈ, ਪਰ ਜੋ ਵਸਤੂ ਜਿੱਥੇ ਪਾਈ ਹੋਈ ਆ ਉਹ ਨਿਕਲਦੀ ਹੈ। ਇਹ ਸਰੀਰਾਂ ਰੂਪੀ ਘੜਿਆਂ ਵਿੱਚ ਜਿਨ੍ਹਾਂ ਨੇ ਪਾਪ ਪਾਏ ਹੋਏ ਆ, ਪਾਪ ਨਿਕਲਦੇ ਆ ਭਾਈ। ਜਿਨ੍ਹਾਂ ਪੁੰਨ ਪਾਏ ਹੋਏ, ਪੁੰਨ ਨਿਕਲਦੇ ਆ। ਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਅਭਿਆਸ ਕੀਤਾ ਹੋਇਆ, ਉਥੋਂ ਫਿਰ ਮਹਾਰਾਜ ਦੇ ਨਾਮ ਦੀਆਂ ਰਿਸ਼ਮਾਂ ਪ੍ਰਕਾਸ਼ ਦੀਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਦੇ ਨਾਮ ਦਾ ਪ੍ਰਤਾਪ ਉਹਨਾਂ ਦੇ ਮਸਤਕ ਤੇ ਦਗਦਾ ਹੈ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਭਾਈ, ਜਿਸ ਮੰਦਰ ਦੇ ਅੰਦਰ ਦੀਵਾ ਜਗਾਈਏ ਨਾ, ਅੰਧਕਾਰ ਹਨੇਰਾ ਉੱਥੋਂ ਹੀ ਨਾਸ਼ ਹੁੰਦਾ ਹੈ। ਨਿਰਭਉ ਪੂਰ ਰਹੇ ਭ੍ਰਮ ਭਾਗਾ। ਉਹ ਨਿਰਭਉ ਪਰਮਾਤਮਾ ਦਾ ਨਾਮ ਜਪ ਕਰਕੇ ਤੇ ਸਾਧ ਸੰਗਤ ਜੀ ਪਰਿਪੂਰਨ ਹੋ ਰਹੇ ਸਭ ਥਾਵਾਂ ਤੇ, ਅਥਵਾ ਪਰਿਪੂਰਨ ਪਰਮਾਤਮਾ ਦਾ ਨਾਮ ਜਪ ਕਰਕੇ ਉਹ ਨਿਰਭਉ ਹੋ ਗਏ ਹੈ। ਉਹਨਾਂ ਦਾ ਡਰ ਸਾਰਾ ਨਾਸ਼ ਹੋ ਗਿਆ ਹੈ। ਦੁਬਾਰਾ ਪੜ੍ਹ ਦਿਓ। ਨਿਰਭਉ ਪੂਰ ਰਹੇ ਭ੍ਰਮ ਭਾਗਾ। ਤੇ ਭਰਮ ਸਾਰਾ ਹੀ ਭੱਜ ਗਿਆ, ਨਾਸ਼ ਹੋ ਗਿਆ। ਜੰਮਣ ਮਰਨ ਦਾ ਸਭ ਇਹ ਭਰਮ ਖਤਮ ਹੋ ਗਿਆ ਅੰਦਰੋਂ। ਕਿਸੇ ਪ੍ਰਕਾਰ ਦਾ 7 ਪ੍ਰਕਾਰ ਦਾ ਭਰਮ ਮੰਨਿਆ, ਉਹ ਸਾਰੇ ਹੀ ਮੁੱਕ ਗਏ ਹਨ। ਕਹ ਕਬੀਰ ਜਨ ਦਾਸਾ। ਕਬੀਰ ਸਾਹਿਬ ਜੀ ਕਹਿੰਦੇ ਐਸਾ ਜਨ ਦਾਸ ਭਾਈ ਕੋਈ ਵਿਰਲਾ ਹੀ ਹੈ, ਰੱਬ ਦਾ ਪਿਆਰਾ। ਹਰੇਕ ਨੂੰ ਇਹ ਪਦਵੀ ਪ੍ਰਾਪਤ ਨਹੀਂ ਹੁੰਦੀ। ਕਹਿੰਦੇ ਨੇ ਜੇ ਭਾਈ ਤੁਸੀਂ ਵੀ ਇਸ ਸ਼ੁਭ ਗੁਣਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਕਹਿ ਕਬੀਰ ਜਨ ਦਾਸਾ। ਕਬੀਰ ਸਾਹਿਬ ਜੀ ਕਹਿੰਦੇ ਐਸੇ ਜਨ ਭਗਤਾਂ ਦੇ ਭਾਈ ਦਾਸ ਹੋ ਜਾਵੋ, ਉਹਨਾਂ ਦੇ ਸੇਵਕ ਬਣੋ ਜਿਨ੍ਹਾਂ ਨੇ ਤੁਰਿਆ ਪਦ ਨੂੰ ਪ੍ਰਾਪਤ ਕੀਤਾ ਹੈ। ਕਿਉਂਕਿ ਮੇਰਾ ਵਾਹਿਗੁਰੂ ਉਹਨਾਂ ਦੀ ਸੇਵਾ ਵੇਖ ਕੇ ਸ਼ਾਇਦ ਤੁਹਾਡੇ ਤੇ ਪ੍ਰਸੰਨ ਹੋ ਜਾਏ ਕਿ ਇਹ ਮੇਰੇ ਪਿਆਰਿਆਂ ਦੀ ਸੇਵਾ ਬੜੀ ਭਾਈ ਕਰਦੇ ਆ। ਇਉਂ ਦਾਸਾ ਭਾਵ ਹਿਰਦੇ ਦੇ ਅੰਦਰ ਧਾਰਾਂਗੇ ਤੇ ਇਹ ਸ਼ੁਭ ਗੁਣ ਪ੍ਰਾਪਤ ਹੋਣਗੇ। ਨਹੀਂ ਤੇ ਸਾਧ ਸੰਗਤ ਜੀ, ਮਹਾਪੁਰਸ਼ ਕਹਿਲਾ ਲੈਣਾ ਤਾਂ ਬੜਾ ਸੌਖਾ ਹੈ, ਸੰਤ ਬ੍ਰਹਮ ਗਿਆਨੀ ਕਹਾਉਣਾ ਬੜਾ ਸੌਖਾ ਹੈ, ਪਰ ਸੰਤ ਬ੍ਰਹਮ ਗਿਆਨੀ ਬਣਨਾ ਬੜਾ ਔਖਾ ਹੈ, ਬੜਾ ਕਠਿਨ ਹੈ। ਕਿ ਜਿਹਨੂੰ ਸਤਿਗੁਰੂ ਜੀ ਬਣਾਉਂਦੇ ਆ ਉਹੋ ਹੀ ਮਹਾਪੁਰਸ਼ ਬਣ ਸਕਦਾ ਹੈ। ਇੱਥੇ ਇਹ ਸ਼ਬਦ ਦੀ ਸੰਪੂਰਨਤਾ ਹੋਈ ਹੈ। ਸੋ ਸਮਾਂ ਹੋ ਚੁੱਕਾ, ਅਗਲਾ ਸ਼ਬਦ ਆਪਾਂ ਆਰੰਭ ਨਹੀਂ ਕਰ ਸਕਦੇ। ਸੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਹਜੂਰ ਦਾ ਅੰਮ੍ਰਿਤ ਉਪਦੇਸ਼ ਹਿਰਦੇ ਵਿੱਚ ਵਸੇ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਭਗਤ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਕਬੀਰ ਸਾਹਿਬ ਜੀ ਦੀ ਬਾਣੀ ਪਹਿਲਾਂ ਆਰੰਭ ਕੀਤੀ ਹੈ। ਤੋ ਕਦਾਰਾ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਦੇ ਇਹ ਪਹਿਲਾ ਸ਼ਬਦ ਜਿਹੜਾ ਸਾਧ ਸੰਗਤ ਜੀ ਸੰਪੂਰਨ ਹੋਇਆ। ਅੱਗੇ ਜਿਵੇਂ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਨਗੇ, ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਜਹ ਮੰਦਰ ਦੀਪਕ ਪ੍ਰਗਾਸਿਆ, ਅੰਧਕਾਰ ਤਹ ਨਾਸਾ। ਨਿਰਭਉ ਪੂਰ ਰਹੇ ਭ੍ਰਮ ਭਾਗਾ, ਕਹਿ ਕਬੀਰ ਜਨ ਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ
अबनासी अगनास। हे पूरन हे सर्ब मैं दुख भंजन गुणतास। हे संगी हे निरंकार हे निर्गुण सब। हे गोबिंद हे गुण निदान जाकै सदा विवेक। हे अपरंपर हर हरे हह पी होवन। हे संतह कै सदा संग निधारा। हे ठाकुर हूँ दास रो मैं निर्गुण गुण नहीं। नानक दीजै नाम दान राखो हिय परोए। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़े सुतरे पार। जो शरदा कर सेम दे पार उतारण हार। कथा निता प्रत होत है सुनो सुसिंग जान। नानक गुरु गोबिंद सिंह जी सदा कर कल्याण। नानक गुरु गोबिंद सिंह जी सदा कर कल्याण। वाहिगुरु जी का खालसा वाहिगुरु जी की फतेह। काज के जयकार जावे सो निहाल हो जावे। सत श्री अकाल गुर बाराकाल देग तेग फतेह। गुरु पंथ खाल से दीदना दिन चढ़दी कला रखनी सचे पातशाह जी महाराज। शब्द अगुण बाबा नानका